ਗੁਰਦਿਆਲ ਸਿੰਘ ਦਾ ਨੋਵਲ ਪਰਸਾ ਦਾ 9ਵਾਂ ਅੰਗ। 10ਵੀਂ ਪਾਸ ਕਰਨ ਪਿੱਛੋਂ ਜੇਠੇ ਤੇ ਪੋਲੇ ਨੂੰ ਸਕੂਲ ਦੇ ਮੁੱਖ ਅਧਿਆਪਕ ਨੇ ਜਲੰਧਰ ਦੇ ਖੇਡਾਂ ਵਾਲੇ ਕਾਲਜ ਵਿੱਚ ਦਾਖਲਾ ਦਵਾ ਦਿੱਤਾ। ਪਰਸੇ ਨਾਲ ਉਹਨੇ ਪਹਿਲਾਂ ਗੱਲ ਤਾਂ ਕਰ ਲਈ ਸੀ, ਪਰ ਉਹਦੇ ਵਤੀਰੇ ਤੋਂ ਨਿਰਾਸ਼ ਸੀ। ਜਦੋਂ ਉਹਨੇ ਦੱਸਿਆ ਕਿ ਉੱਥੇ ਉਹਨਾਂ ਦੀਆਂ ਕਿਤਾਬਾਂ, ਰੋਟੀ ਟੁੱਕ ਤੇ ਫੀਸਾਂ ਆਦਿ ਦਾ ਸਾਰਾ ਖਰਚ ਸਰਕਾਰ ਨੇ ਦੇਣਾ ਹੈ, ਤਾਂ ਪਰਸਾ ਹਿਰਖ ਕੇ ਬੋਲੇ, ਕਿਉਂ, ਅਸੀਂ ਕੋਈ ਮੰਗਤੇ ਹਾਂ ਵੀ ਸਾਨੂੰ ਉਹ ਖੁਰਾਕ ਦੇਣਗੇ? ਮੁੱਖ ਅਧਿਆਪਕ ਨੇ ਆਪਣੀ ਪੁਰਾਣੀ ਟਾਈ ਠੀਕ ਕਰਦਿਆਂ ਠਰਮੇ ਨਾਲ ਸਮਝਾਇਆ, ਉੱਥੇ ਇਹਨਾਂ ਕੱਲਿਆਂ ਦੀ ਖਾਤਰ ਤਾਂ ਕੋਈ ਖਾਸ ਰਿਆਇਤ ਨਹੀਂ ਪੰਡਤ ਜੀ। ਹਰੇਕ ਤਾਲਿਬ ਇਲਮ ਦਾ ਖਰਚ ਹੀ ਸਰਕਾਰ ਦਿੰਦੀ ਹੈ, ਇਹ ਕਾਨੂੰਨ ਹੈ। ਏਡੀ ਦਿਆਲੂ ਤੇ ਸਤਜੁਗੀ ਸਰਕਾਰ ਕਿੱਥੋਂ ਆ ਗਈ? ਇੱਕ ਪਾਸੇ ਤਾਂ ਸਰਕਾਰੀ ਬੰਦੇ ਲੋਕਾਂ ਦੇ ਤੇੜੋਂ ਸਿਰੋਂ ਲੀੜੇ ਲਾਉਂਦੇ ਫਿਰਦੇ ਆ, ਤੇ ਦੂਜੇ ਪਾਸੇ ਸਰਕਾਰ ਦਾਨੀ ਬਣੀ ਫਿਰਦੀ ਹੈ। ਉਹ ਗੱਲ ਹੋਰ ਹੈ ਪੰਡਤ ਜੀ, ਪਰ ਇਹ ਮੁੰਡੇ ਤਾਂ ਦੇਸ਼ ਦਾ ਨਾਂ ਰੌਸ਼ਨ ਕਰਦੇ ਆ, ਇਸ ਕਰਕੇ ਸਰਕਾਰ ਜੇ ਇਹਨਾਂ ਉੱਤੇ ਥੋੜਾ ਬਹੁਤਾ ਖਰਚ ਕਰ ਦਿੰਦੀ ਹੈ, ਇਹ ਕੋਈ ਆਸਾਨ ਨਹੀਂ। ਸਰਕਾਰ ਤਾਂ ਆਪਣਾ ਫਰਜ਼ ਪੂਰਾ ਕਰਦੀ ਹੈ। ਤੇ ਮੁਸਕਰਾ ਕੇ ਪੱਗ ਤੇ ਹੱਥ ਫੇਰਦਿਆਂ ਬੋਲਿਆ, ਨਾਲੇ ਤੁਹਾਡੀ ਨਾਮਾਜ਼ਾਦੀ ਹੁੰਦੀ ਹੈ ਬਈ ਪੰਡਤ ਜੀ ਦੇ ਸਲੱਗ ਬੇਟੇ ਕਿੱਥੋਂ ਤੋਂ ਕਿੱਥੇ ਪਹੁੰਚੇ ਆ। ਮੈਨੂੰ ਇਹਨਾਂ ਦੀ ਖੱਟੀ ਨਾਮਾਜ਼ਾਦੀ ਦੀ ਕੋਈ ਲੋੜ ਨਹੀਂ ਮਾਸਟਰ ਜੀ। ਜਿਹੜੇ ਦੂਜਿਆਂ ਦੀਆਂ ਮਾਰਾਂ ਦੀ ਝਾਕ ਤੇ ਰਹਿਣ, ਉਹ ਆਪਦੀ ਵੀ ਖੰਨੀ ਗਵਾ ਬੈਠਦੇ ਆ। ਹਰੇਕ ਨੇ ਆਪਦੇ ਕਰਮ ਖਾਣੇ ਹੁੰਦੇ ਆ, ਕੋਈ ਕਿਸੇ ਦੇ ਆਸਰੇ ਨਹੀਂ ਜਿਉਂਦਾ। ਮੁੱਖ ਅਧਿਆਪਕ ਉਹਦੇ ਸੁਭਾਅ ਨੂੰ ਜਾਣਦਾ ਸੀ। ਉਹਦਾ ਵੀ ਜੇਠੇ ਦੇ ਪੋਲੇ ਨਾਲ ਗਰਜ ਦਾ ਮੋਹ ਸੀ, ਇਸ ਕਰਕੇ ਉਹ ਪਰਸੇ ਦੀਆਂ ਸਭ ਸੁਣ ਲੈਂਦਾ ਸੀ। ਉਹਦੇ ਘਰ ਆਪ ਚੱਲ ਕੇ ਜਾਂਦਾ। ਇੱਕ ਦੋ ਵਾਰੀ ਜਦੋਂ ਉਹਨੇ ਸਕੂਲ ਦੇ ਖੇਡ ਸਮਾਗਮਾਂ ਉੱਤੇ ਉਹਨੂੰ ਸੱਦਾ ਵੀ ਭੇਜਿਆ ਤਾਂ ਪਰਸਾ ਨਹੀਂ ਸੀ ਆਇਆ। ਇਸੇ ਕਰਕੇ ਉਹ ਹਮੇਸ਼ਾ ਆਪ ਹੀ ਉਹਨੂੰ ਮਿਲਣ ਜਾਂਦਾ ਸੀ। ਉਂਝ ਵੀ ਸਾਊ ਸੁਭਾਅ ਦਾ ਬੰਦਾ ਸੀ। ਅਖੀਰ ਫੈਸਲਾ ਹੋਇਆ ਕਿ ਜੇਠਾ ਤੇ ਪੋਲਾ ਇੱਕ ਤਾਂ 2 ਮਹੀਨੇ ਦੀਆਂ ਛੁੱਟੀਆਂ 'ਚ ਆ ਕੇ ਪਿੰਡ ਹੀ ਰਿਹਾ ਕਰਨਗੇ, ਤੇ ਦੂਜੇ ਜਦੋਂ ਕਿਧਰੇ ਬਾਹਰ ਜਾਣਗੇ ਤਾਂ ਉਹਨੂੰ ਪੁੱਛ ਕੇ ਜਾਣਗੇ। ਪੋਲੇ ਤੇ ਜੇਠੇ ਦੋਹਾਂ ਨੇ ਉਹਦੀ ਸ਼ਰਤ ਹੈਡਮਾਸਟਰ ਨੇ ਆਖਿਆ ਮੰਨ ਲਈ ਸੀ। ਫਿਰ ਉਹ ਕਈ ਮਹੀਨੇ ਨਾ ਮੁੜੇ। ਕਦੇ ਕਦੇ ਸੰਖੇਪ ਜੀ ਚਿੱਠੀ ਆ ਜਾਂਦੀ ਕਿ ਉਹ ਰਾਜ਼ੀ-ਬਾਜ਼ੀ ਸਨ। ਪਰਸੇ ਤੇ ਬਸੰਤੇ ਨੂੰ ਉਹਨਾਂ ਬਾਰੇ ਸੋਚਣ ਦੀ ਵਿਹਲ ਹੀ ਨਹੀਂ ਸੀ। ਉਹ ਆਪਣੀ ਖੇਤੀ ਦੇ ਕੰਮਾਂ ਕਾਰਾਂ 'ਚ ਰੁੱਝੇ ਰਹਿੰਦੇ ਸੀ। ਚੜ੍ਹਦੇ ਸਿਆਲ ਉਹ ਦੋਵੇਂ ਜਦੋਂ ਪਿੰਡ ਆਏ ਤਾਂ ਵਿਹੜੇ 'ਚ ਪਏ ਮੰਜੇ ਉੱਤੇ ਆਪਣੇ ਬੈਗ ਰੱਖਣ ਸਾਰ ਸਤਿ ਸ੍ਰੀ ਅਕਾਲ ਬੁਲਾ ਕੇ ਜੇਠੇ ਨੇ ਠਰਮੇ ਨਾਲ ਕਿਹਾ, ਬਾਪੂ ਜੀ, ਅਸੀਂ ਤਾਂ ਵਾਅਦੇ ਮੁਜਬ ਬਾਹਰਲੇ ਮੁਲਕ 'ਚ ਖੇਡਣ ਜਾਣ ਦੀ ਇਜਾਜ਼ਤ ਲੈਣ ਆਏ ਆ। ਕਿਹੜੇ ਮੁਲਕ 'ਚ ਜਾਣਾ? ਸਮੁੰਦਰੋਂ ਪਾਰ ਹੈ, ਹਵਾਈ ਜਹਾਜ਼ ਤੇ ਜਾਵਾਂਗੇ। ਉਹ ਮੁਲਕ ਹਿੰਦੂ ਮੁਸਲਮਾਨਾਂ ਦਾ ਹੈ ਕਿ ਈਸਾਈ ਪਾਰਸੀਆਂ ਦਾ? ਐ ਹੁਣ ਸਾਨੂੰ ਕੋਈ ਪਤਾ, ਪਹਿਲੀ ਵਾਰੀ ਜਾਣਾ ਹੈ। ਮੈਂ ਤਾਂ ਇਸ ਕਰਕੇ ਪੁੱਛਿਆ ਵੀ ਰੋਟੀ ਰਾਟੀ ਦਾ ਫਿਰ ਕੀ ਇੰਤਜ਼ਾਮ ਹੋਊ ਉੱਥੇ? ਰੋਟੀ ਟੁੱਕ ਆਪੇ ਪਕਾ ਲਿਆ ਕਰਾਂਗੇ, ਆਟੇ ਦੀ ਬੋਰੀ ਘਰੋਂ ਲੈ ਜਾਾਂਗੇ। ਐਤਕੀ ਪੋਲਾ ਕੁਝ ਵਿਅੰਗ ਨਾਲ ਹੱਸ ਕੇ ਬੋਲਿਆ। ਪਰਸੇ ਨੇ ਗੌਰ ਨਾਲ ਪੋਲੇ ਦੇ ਚਿਹਰੇ ਵੱਲ ਦੇਖਿਆ। ਉਹਦੇ ਲੂਈ ਫੁੱਟ ਆਈ ਸੀ। ਮਿਰਚ ਰੰਗੀ ਪੱਗ ਵਿੱਚੋਂ ਉਹਦੇ ਕੱਟੇ ਹੋਏ ਵਾਲਾਂ ਦੀ ਇੱਕ ਲਿਟ ਗਿੱਚੀ ਕੋਲੋਂ ਬਾਹਰ ਨਿਕਲੀ ਹੋਈ ਸੀ। ਕੱਦ 'ਚ ਵੀ ਉਹਦੇ ਬਰਾਬਰ ਦਾ ਲੱਗਦਾ ਸੀ। ਉਹਦੀ ਝੱਕਣੀ 'ਚੋਂ ਕਿਸੇ ਗੁੱਝੀ ਕੌੜ ਦਾ ਅਹਿਸਾਸ ਹੋਇਆ। ਪੋਲਾ ਘੱਟ ਬੋਲਦਾ ਸੀ, ਪਰ ਜਿਵੇਂ ਉਹ ਅੱਜ ਬੋਲਿਆ ਸੀ ਉਹਦੇ ਕੋਈ ਅਰਥ ਜ਼ਰੂਰ ਸਨ। ਜੇਠਾ ਕੂਨਾ ਸੀ, ਪਰ ਉਹਦੀ ਵੀ ਮਿਰਚ ਰੰਗੀ ਪੱਗ 'ਚੋਂ ਕੱਟੇ ਹੋਏ ਕੁਝ ਵਾਲ ਖੱਬੇ ਪਾਸੇ ਦੇ ਕੰਨ ਤੋਂ ਦੀ ਨਿਕਲੇ ਦਿਸ ਰਹੇ ਸੀ। ਕੱਦ ਕਾਠ ਭਾਵੇਂ ਉਹਦਾ ਪੋਲੇ ਨਾਲੋਂ 19-21 ਦੇ ਫਰਕ ਨਾਲ ਘੱਟ ਸੀ, ਪਰ ਉਹ ਵੀ ਪਰਸੇ ਨੂੰ ਬਰਾਬਰ ਦਾ ਹੋਇਆ ਲੱਗਦਾ। ਉਹਨੂੰ ਸਦੀਆਂ ਪੁਰਾਣੀਆਂ ਸਿਆਣਪਾਂ ਯਾਦ ਆਈਆਂ। ਜਦੋਂ ਪਿਓ ਦੀ ਜੁੱਤੀ ਪੁੱਤ ਦੇ ਮੇਚ ਆਉਣ ਲੱਗ ਪਏ ਤਾਂ ਉਹਨੂੰ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ, ਪਰ ਗਿੱਦੀ ਪੁਣੇ 'ਚ ਤਾਂ ਕੋਈ ਸਿਆਣਪ ਹੁੰਦੀ ਹੈ। ਇਹ ਖਿਆਲ ਉਹਦੇ ਮਨ 'ਚ ਬਿਜਲੀ ਵਾਂਗ ਕੜਕਿਆ। ਕਾਲੀਆਂ ਸ਼ਾਹ, ਤੇਜ਼ ਤੇ ਹਲਕੇ ਪਿਆਜ਼ੀ ਰੰਗ ਦੇ ਕੋਇਆਂ ਵਾਲੀਆਂ ਅੱਖਾਂ ਦੋ ਮੁੰਡਿਆਂ ਦੇ ਚਿਹਰਿਆਂ ਤੇ ਜਿਵੇਂ ਖੁੱਭ ਗਈਆਂ। ਹੁਣ ਉਹਦਾ ਪਹਿਲਾ ਹੀ ਸਵਾਲ ਇਹ ਸੀ, ਤੁਸੀਂ ਪਹਿਲਾਂ ਇਹ ਦੱਸੋ ਵੀ ਕੇਸ ਕਿਉਂ ਮਨਾਏ ਆ? ਕਿਹਨੂੰ ਪੁੱਛ ਕੇ ਕਰਤੂਤ ਕੀਤੀ ਹੈ? ਪੋਲੇ ਦਾ ਉਹੋ ਜਿਹਾ ਹੀ ਸਿੱਧਾ ਰੁੱਖਾ ਜਵਾਬ ਸੀ, ਸਾਡੀ ਮਰਜ਼ੀ, ਨਹੀਂ ਚੰਗੇ ਲੱਗੇ ਮਨਾਤੇ, ਜਦੋਂ ਜੀ ਕਰੂ ਰੱਖ ਲਾਂਗੇ। ਸਿਰ ਤੋਂ ਪੈਰਾਂ ਤੱਕ ਪਰਸੇ ਨੂੰ ਸਰੀਰ 'ਚ ਚਰਨਾਹਟ ਛਿੜਦੀ ਮਹਿਸੂਸ ਹੋਈ। ਕੋਇਆਂ 'ਚੋਂ ਜਿਵੇਂ ਲਹੂ ਚਿਆਉਣ ਲੱਗ ਪਿਆ। ਪਹਿਲਾਂ ਨਾਲੋਂ ਵੀ ਰਤਾ ਉੱਚੀ ਆਵਾਜ਼ 'ਚ ਗੜਕਿਆ, ਉਹ ਤੇਰੇ ਅੰਦਰ ਕੌਣ ਬੋਲਦਾ? ਪਹਿਲਾਂ ਇਹ ਦੱਸ, ਜਿਹੜਾ ਤੇਰੇ ਅੰਦਰ ਬੋਲਦਾ। ਪਰ ਮੇਰੇ ਅੰਦਰਲਾ ਤਾਂ ਤੇਰੇ 'ਚ ਹੁਣ ਹੈ ਨਹੀਂ, ਇਹ ਤਾਂ ਕੋਈ ਹੋਰ ਬੋਲਦਾ। ਇਹ ਹਰਾਮ ਦਾ ਖਾਧਾ ਗੰਦਾ ਅੰਨ ਬੋਲਦਾ ਲੱਗਦਾ ਹੈ, ਜਿਹੜਾ ਨਵੇਂ ਸਕੂਲ 'ਚੋਂ ਨਿਘਾਰ ਕੇ ਆਏ ਹੋ। ਜੇਠੇ ਦਾ ਮੂੰਹ ਝੌਂ ਗਿਆ, ਪਰ ਪੋਲਾ ਉਵੇਂ ਆਕੜਿਆ ਖੜੋਤਾ ਸੀ। ਉਂਝ ਕਿਸੇ ਗੁੱਝੀ ਝਿਜਕ ਕਰਕੇ ਉਹਨੇ ਕੋਈ ਹੋਰ ਮੋੜ ਅਜੇ ਨਹੀਂ ਸੀ ਕੀਤਾ। ਪਰਸੇ ਨੇ ਦੋਹਾਂ ਵੱਲ ਤਾੜਵੀਂ ਨਜ਼ਰ ਝਾਕਦਿਆਂ ਸਥਿਰ ਆਵਾਜ਼ 'ਚ ਕਿਹਾ, ਮੈਂ ਸਮਝ ਗਿਆ ਹੁਣ। ਚੰਗਾ, ਫਿਰ ਮੇਰੀ ਵੀ ਸੁਣ ਲੈ। ਮੈਨੂੰ ਤਾਂ ਤੁਹਾਡੇ ਤਾਈਂ ਕਦੇ ਵੀ ਕੋਈ ਗਰਜ ਨਾ ਸੀ, ਨਾ ਹੈ। ਹੁਣ ਤੁਹਾਨੂੰ ਵੀ ਸਾਡੀ ਲੋੜ ਨਹੀਂ ਰਹੀ। ਮੈਂ ਤਾਂ ਆਪਦਾ ਫਰਜ਼ ਪੂਰਾ ਕਰਨਾ ਸੀ, ਉਹ ਕਰਤਾ।
ਹੁਣ ਤੁਸੀਂ ਹੋ ਗਏ ਆਪਦੇ ਜਾਣੋ ਉਡਾਰ, ਜਿੱਥੇ ਜੀ ਕਰੇ ਉਡਾਰੀਆਂ ਮਾਰੋ। ਤੁਸੀਂ ਕੋਈ ਜਾਨਵਰ ਨਹੀਂ ਵੀ ਮੈਂ ਪੰਜਰੇ 'ਚ ਪਾ ਕੇ ਰੱਖ ਲੂੰ। ਪਰ ਇਹ ਖਿਆਲ ਰੱਖਿਓ, ਫਾਈਆਂ ਸ਼ਿਕਾਰੀਆਂ ਨੇ ਥਾਂ ਥਾਂ ਲਾਈਆਂ ਵੀ ਐ। ਇਹ ਸੰਸਾਰ ਹੈ, ਕੋਈ ਪੁਰੀਆਂ ਨਹੀਂ ਜਿੱਥੇ ਦੇਵਤੇ ਵਸਦੇ ਐ। ਬਸ ਇਹੋ ਮੱਤ ਪੱਲੇ ਬੰਨ ਲਓ ਬਈ ਹਰ ਥਾਂ ਬੰਦੇ ਬਣ ਕੇ ਚੱਲਣਾ ਪਊ, ਚਾਹੇ ਵਲਾਇਤ ਜਾਂਦੇ ਰਹੋ ਤੇ ਚਾਹੇ ਚੀਨ ਮਚੀਨੇ। ਦੂਜੇ ਦਿਨ ਸੋਤੇ ਹੋਏ ਬਸੰਤਾ ਖੇਤੋਂ ਮੁੜਿਆ ਤਾਂ ਜੇਠੇ ਤੇ ਪੋਲੇ ਨੂੰ ਬੈਠਕ ਦੀ ਥਾਂ ਮਗਰਲੇ ਕੋਠੇ 'ਚ ਪਏ ਦੇਖ ਕੇ ਹੈਰਾਨ ਹੋਇਆ। ਪਰਸਾ ਘਰ ਨਹੀਂ ਸੀ। ਸੰਦ ਤੂੜੀ ਵਾਲੇ ਅੰਦਰ ਰੱਖ ਕੇ ਉਹਨਾਂ ਦੇ ਕੋਲ ਜਾਂਦੇ ਹੀ ਬੋਲਿਆ, ਅੱਜ ਤਾਂ ਸਾਡੇ ਵੱਡੇ ਬਾਈ ਕੁਛ ਰੰਜੀ 'ਚ ਲੱਗਦੇ ਐ, ਪਰ ਐ ਕੀੜਿਆਂ ਵਾਲੇ ਕੁੱਤੇ ਵਾਂਗੂ ਅਗਲੇ ਅੰਦਰ ਕਿਉਂ ਪਏ ਹੋ, ਬੈਠਕ 'ਚ ਨਾ ਪਏ। ਪੋਲਾ ਵਿਅੰਗ ਨਾਲ ਬੋਲਿਆ, ਬੈਠਕਾਂ ਤਾਂ ਬਾਈ ਸਿਆਂ ਤੇਰੀ ਪੰਡਤਾਣੀ ਸਾਡੀ ਛੋਟੀ ਭਰਜਾਈ ਆਸਤੇ ਐ, ਅਸੀਂ ਉੱਥੇ ਕਿਵੇਂ ਪੈ ਜਾਈਏ। ਬਸੰਤਾ ਘੂਰ ਕੇ ਉਸ ਵੱਲ ਝਾਕਿਆ, ਫਿਰ ਤਾਂ ਹਿਰਕ ਕੇ ਬੋਲਿਆ, ਕਿਉਂ ਬਾਈ ਐਵੇਂ ਪੁੱਠੀਆਂ ਮਾਰੀ ਜਾਂਦੇ ਹੋ? ਤੁਸੀਂ ਵਿਚਲੀ ਗੱਲ ਦੱਸੋ ਵੀ ਰੰਜੀ ਕਾਹਦੀ ਐ? ਬਾਪੂ ਸਾਨੂੰ ਘਰੋਂ ਕੱਢਦਾ, ਹੋਰ ਰੰਜੀ ਕੀ ਹੋਣੀ ਐ? ਐਤਕੀ ਫੇਰ ਪੋਲਾ ਜਿਵੇਂ ਭਰਿਆ ਪੀਤਾ ਬੋਲਿਆ, ਇਹ ਵੀ ਬਾਈ ਤੁਸੀਂ ਵਾਧਾ ਕਰਦੇ ਹੋ। ਬਸੰਤੇ ਨੇ ਸਿਆਣਿਆਂ ਵਾਂਗ ਠਰਮੇ ਨਾਲ ਕਿਹਾ, ਜੇ ਉਹਨੇ ਕੱਢਣਾ ਹੁੰਦਾ ਸਰਦਾਰ ਜੀ ਤੁਹਾਨੂੰ ਉਦੋਂ ਕੱਢਦਾ ਜਦੋਂ ਪਿਓ ਦਾਦੇ ਦੀ ਖਾਨਦਾਨੀ ਜਾਇਦਾਦ ਵੀ ਦੁੱਧ ਘਿਓ ਮੂੰਹੋਂ ਪਰਨਾਲਿਆਂ 'ਚ ਰੋੜਦਾ ਫਿਰਦਾ ਸੀ। ਹੁਣ ਬਰਾਬਰ ਦੇ ਕਰਕੇ ਆਪ ਹੱਥ ਫੂਕ ਕੇ ਤੁਹਾਨੂੰ ਘਰੋਂ ਕੱਢੂ? ਉਹਦਾ ਦਿਮਾਗ ਹੱਲਿਆ। ਹੁਣ ਉਹਨੂੰ ਐਸੀ ਬਦਨਾਮੀ ਖੱਟਣ ਦੀ ਕੀ ਲੋੜ ਹੈ ਭਲਾ? ਉਹ ਚੁੱਪ ਕਰ ਗਏ। ਉਹਨਾਂ ਨੂੰ ਬਿੰਦ ਦਾ ਬਿੰਦ ਬਸੰਤਾ ਆਪਣਾ ਵੱਡਾ ਭਰਾ ਤੇ ਦਾਨਾ ਪੁਰਸ਼ ਲੱਗਿਆ। ਉਹ ਵੀ ਇਸ ਅਹਿਸਾਸ ਨਾਲ ਫਿਰ ਬੋਲਿਆ, ਗੱਲ ਅਸਲ 'ਚ ਇਹ ਆ ਬਈ ਹੁਣ ਤੁਹਾਨੂੰ ਸਾਡੀ ਕੋਈ ਲੋੜ ਹੀ ਨਹੀਂ ਰਹੀ। ਅਸੀਂ ਹੋਏ ਜੱਟ ਬੋੜ ਤੇ ਤੁਸੀਂ ਹੁਣ ਬਣ ਗਏ ਕੌਲ ਜੇਠ। ਜਲੰਧਰੀਏ ਤੁਹਾਡਾ ਸਾਡਾ ਹੁਣ ਕਰੂਰਾ ਕਿਵੇਂ ਰਲੇ? ਹੰਸਾਂ ਨਾਲ ਜਾ ਰਲੀ ਟਟੀਰੀ ਕਦੇ ਆਪਦਿਆਂ ਨੂੰ ਸਿਆਣਦੀ ਹੈ? ਉਹਨੂੰ ਤਾਂ ਕਾਲੇ ਲੋਕਾਂ 'ਚ ਮੁਸ਼ਕ ਆਉਣ ਲੱਗ ਜਾਂਦਾ ਹੈ, ਪਰ ਜਦੋਂ ਹੰਸ ਆਪਦੇ ਨਾਲ ਨਹੀਂ ਰਲਾਉਂਦੇ ਫਿਰ ਨਾਨੀ ਯਾਦ ਆ ਜਾਂਦੀ ਹੈ। ਉਦੋਂ ਨੂੰ ਵੇਲਾ ਵਿਆਹ ਜਾਂਦਾ, ਫਿਰ ਵਕਤ ਖੁੰਝੀ ਡੂਮਣੀ ਗਾਵੇ ਆਲਪਤਾਲ। ਸਮਝੇ ਬਾਈ ਸਿਆਂ? ਪਰ ਉਹ ਸਮਝਣ ਦੀ ਥਾਂ ਅਗਲੇ ਦਿਨ ਉਵੇਂ ਰੁੱਸੇ ਰੁਸਾਏ ਜਲੰਧਰ ਵਾਪਸ ਪਰਤ ਗਏ। ਪਾਲੇ ਰਾਗੀ ਨੂੰ ਪਤਾ ਲੱਗਿਆ ਤਾਂ ਉਹ ਘਬਰਿਆ ਜਿਹਾ ਆ ਕੇ ਬੋਲਿਆ, ਬਾਈ ਪਰਸਿਆ ਤੇ ਝਿੜਕਣਾ ਨਹੀਂ ਸੀ ਮੁੰਡਿਆਂ ਨੂੰ, ਬਰਾਬਰ ਦੇ ਹੋਏ ਵੇ ਐ। ਹੁਣ ਉਹ ਨਿਆਣੇ ਐ ਬਈ ਕੰਨੋਂ ਫੜ ਲੇਗਾ। ਹੋਰ ਤੇਰੇ ਚਿੱਤ 'ਚ ਇਉਂ ਐ ਰਾਗੀਆ ਵੀ ਮੈਂ ਉਹਨਾਂ ਮੂਹਰੇ ਜੁੰਡੇ ਖੋਲ ਕੇ ਬਹਿ ਜਾਂਦਾ ਤੇ ਕਹਿੰਦਾ, ਲਓ ਕਰੋ ਮੇਰਾ ਸਿਰ ਗੰਜਾ ਛਿੱਤਰਾਂ ਨਾਲ। ਉਹ ਮੈਂ ਤੈਨੂੰ ਐਸੀ ਗੱਲ ਕਹਿ ਸਕਦਾ? ਉਹਨਾਂ ਦੀ ਸੱਤਿਆ ਕੀ ਹੈ ਵੀ ਤੈਨੂੰ ਮੰਦਾ ਲਫ਼ਜ਼ ਬੋਲ ਜਾਣ? ਰਾਗੀ ਕੁਝ ਤੱਤਾ ਹੋ ਕੇ ਬੋਲਿਆ, ਭਲਿਆ ਲੋਕਾਂ ਮੂੰਹ ਦੀ ਉਗਾਲੀ ਦੇ ਪਾਲੇ ਆ, ਹੁਣ ਉਹ ਨਾਮਜ਼ਾਦੀ ਖੱਟਣ ਜੋਗੇ ਹੋਏ ਆ ਤੇ ਤੂੰ ਉਹਨਾਂ ਨੂੰ ਟੋਹਣਾ? ਇਹ ਕੋਈ ਅਕਲਮੰਦੀ ਦੀ ਗੱਲ ਹੈ? ਸਿਆਣਪ ਤਾਂ ਰਾਗੀਆ ਤੈਨੂੰ ਪਤਾ ਵੀ ਆਪਾਂ ਸਾਰੀ ਉਮਰ ਨੇੜੇ ਨਹੀਂ ਆਉਣ ਦਿੱਤੀ। ਪਰਸਾ ਮੁਸਕਰਾ ਕੇ ਬੋਲਿਆ, ਬਾਕੀ ਰਹੀ ਨਾਮਜ਼ਾਦੀ ਦੀ ਗੱਲ, ਮੈਂ ਉਹਨਾਂ ਦੀ ਨਾਮਾਜ਼ਾਦੀ ਦੇ ਸਿਰ ਤੇ ਉਮਰ ਨਹੀਂ ਕੱਟਣੀ, ਨਾ ਮੈਨੂੰ ਇਹੋ ਜਿਹੀ ਨਾਮਾਜ਼ਾਦੀ ਦੀ ਲੋੜ ਆ। ਆਪੇ ਤਾਂ ਤੂੰ ਕਹਿੰਦਾ ਹੁੰਨਾ ਵੀ ਐਸੀਆਂ ਸਭ ਸੰਸਾਰਕ ਗੱਲਾਂ ਕੂੜੇ ਪ੍ਰਵਾਸੇ ਹੁੰਦੀਆਂ, ਆਪੇ ਹੁਣ, ਪਰ ਐਸੀ ਗੱਲ ਕੀ ਸੀ ਜਿਸ ਪਿੱਛੇ ਤੂੰ ਖੱਬੜ ਪਿਆ? ਦਾੜੀਆਂ ਤੇ ਸਿਰ ਤਾਂ ਅੱਧੇ ਪਿੰਡ ਦੇ ਮੁੰਡੇ ਮਨਾਈ ਫਿਰਦੇ ਆ, ਖਬਰੇ ਜ਼ਮਾਨੇ ਨੂੰ ਕੋਈ ਫਿਟਕ ਵੱਜ ਗਈ। ਫਿਰ ਹੁਣ ਸਾਰਿਆਂ ਨਾਲ ਚਾਚੇ ਤਾਏ ਡਾਂਗੋ ਸੋਟੀ ਹੁੰਦੇ ਫਿਰਨ, ਸ਼ਹਿਰਾਂ 'ਚ ਤਾਂ ਕੁੜੀਆਂ ਵੀ ਝਾਟੇ ਬਣਾਈ ਫਿਰਦੀਆਂ, ਦੱਸ ਫਿਰ ਕੀ ਇਲਾਜ ਬਣੇ? ਪਰਸਾ ਰਾਗੀ ਵੱਲ ਇਉਂ ਘੂਰ ਕੇ ਝਾਕਿਆ ਜਿਵੇਂ ਉਹਨੇ ਗਾਲ ਕੱਢੀ ਹੋਵੇ। ਮੰਜੇ ਤੇ ਪਿਆ ਪਿਆ ਉੱਠ ਕੇ ਬੈਠਾ ਹੋ ਗਿਆ। ਰਾਗੀਆ ਤੇਰੇ ਮੂੰਹ ਇਹ ਗੱਲ ਸੋਝਦੀ ਨਹੀਂ, ਤੂੰ ਗੁਣੀ ਗਿਆਨੀ ਆਦਮੀ ਹੈ। ਪਹਿਲਾਂ ਇਹ ਦੱਸ ਬਈ ਜੇ ਇਹੋ ਗੱਲ ਹੈ ਤਾਂ ਜਿਹੜੀਆਂ ਤੂੰ ਸਾਖੀਆਂ ਸੁਣਾਉਂਦਾ ਹੁੰਨਾ ਹੈ ਉਹਨਾਂ ਦਾ ਕੀ ਮਤਲਬ ਰਹਿ ਗਿਆ? ਭਾਈ ਤਾਰੂ ਨੂੰ ਖੋਪੜੀ ਲਾਉਣ ਦੀ ਕੀ ਲੋੜ ਪੈ ਗਈ ਸੀ? ਉਹ ਨਹੀਂ ਸੀ ਹਾਕਮਾਂ ਦੀ ਗੱਲ ਮੰਨ ਸਕਦਾ। ਉਹ ਭਲਿਆ ਬੰਦਾ, ਜਮਾਨੇ ਦੀ ਗੱਲ ਹੈ, ਨਾਲੇ ਇਹ ਗੱਲਾਂ ਤਾਂ ਗੁਰੂ ਕੇ ਸਿੱਖਾਂ ਦੀਆਂ। ਤੁਸੀਂ ਹੋਏ ਬਾਹਮਣ, ਤੁਹਾਨੂੰ ਕੇਸਾਂ ਦੀ ਕਾਹਦੀ ਆਣ ਹੈ? ਸ਼ਾਬਾਸ਼ ਏ ਰਾਗੀਆ, ਧੰਨ ਹੈ ਤੂੰ ਤੇ ਧੰਨ ਤੇਰਾ ਗਿਆਨ। ਪਰਸੇ ਨੇ ਅਜਿਹੇ ਢੰਗ ਨਾਲ ਇਹ ਸ਼ਬਦ ਬੋਲੇ ਕਿ ਰਾਗੀ ਨੂੰ ਜਾਪਿਆ ਜਿਵੇਂ ਉਹਨੂੰ ਫਿੱਟੇ ਮੂੰਹ ਸੁਣਿਆ ਹੋਵੇ। ਉਹਨੂੰ ਤਰੇੜੇ ਆ ਗਏ। ਬਾਈ ਜੀ ਗੱਲ ਹਿੰਦੂ ਸਿੱਖ ਮੁਸਲਮਾਨ ਜਾਂ ਕਿਸੇ ਹੋਰ ਧਰਮ ਦੀ ਨਹੀਂ, ਗੱਲ ਅੰਦਰਲੇ ਦੀ ਕਮਜ਼ੋਰੀ ਦੀ ਹੈ। ਜਿਨ੍ਹਾਂ ਦਾ ਮਨ ਐਸਾ ਛੰਨੇ ਦਾ ਪਾਣੀ ਹੈ ਬਈ ਮੇਰੇ ਲੱਸੀ ਤੇ ਮੱਖਣੀ ਨਾਲ ਪਾਲੇ ਕੇਸ ਨਹੀਂ ਸੰਭਾਲ ਸਕਦੇ, ਉਹ ਨਾਮਜ਼ਾਦੀਆਂ ਖੱਟ ਕੇ ਦੇਣਗੇ। ਇਹੋ ਜਿਹੇ ਕੰਮ ਦਿਲ ਕਪੁੱਤਾਂ ਦੀ ਖੱਟੀ ਨਾਮਾਜ਼ਾਦੀ ਮੇਰੇ ਮੱਥੇ ਤੇ ਕਲੰਕ ਬਰਾਬਰ ਹੋਊ ਰਾਗੀਆ। ਨਾਲੇ ਮੈਂ ਉਹਨਾਂ ਦੀ ਨਾਮਾਜ਼ਾਦੀ ਦਾ ਮੁਤਾਜ ਕਿਉਂ ਬਣਾ? ਚੰਗਾ ਤੂੰ ਗਿਆਨ ਦੇਣ ਲੱਗਿਆ ਮੈਨੂੰ। ਰਾਗੀ ਨੂੰ ਇੱਕ ਵਾਰ ਫੇਰ ਮਹਿਸੂਸ ਹੋਇਆ ਕਿ ਉਹ ਸੱਚਮੁੱਚ ਅਗਿਆਨੀ ਸੀ। ਉਹਨੂੰ ਨਾ ਗੁਰਬਾਣੀ ਦੀ ਸਮਝ ਸੀ ਨਾ ਜ਼ਿੰਦਗੀ ਦੀ।
ਪਰ ਆਪਣੀ ਅੰਦਰਲੀ ਕਿਸੇ ਕਮਜ਼ੋਰੀ ਕਾਰਨ ਹੀ ਉਹਦਾ ਅਜਿਹੀ ਗੱਲ ਮੰਨਣ ਨੂੰ ਦਿਲ ਨਹੀਂ ਸੀ ਕਰਦਾ। ਖਸਿਆਨਾ ਜਿਹਾ ਹੋਇਆ ਬੋਲਿਆ, ਪਰ ਮੈਂ ਤਾਂ ਐਂ ਕਹਿਣਾ ਵੀ ਇੰਨੀ ਗੱਲ ਪਿੱਛੇ ਤੈਨੂੰ ਮੰਦਾ ਚੰਗਾ ਕਹਿਣ ਦੀ ਲੋੜ ਕੀ ਸੀ? ਪਰਸੇ ਨੇ ਦੁਖੀ ਜਿਹਾ ਹੋ ਕੇ ਮੁੜ ਮੰਜੇ ਤੇ ਲੇਟਦਿਆਂ ਕਿਹਾ, ਤੈਨੂੰ ਇਹ ਗੱਲ ਸਮਝ ਨਹੀਂ ਆ ਸਕਦੀ ਪਾਲਿਆ। ਹੁਣ ਤੂੰ ਜਾ, ਐਵੇਂ ਹੋਰ ਕੋਈ ਮਾੜਾ ਲਫ਼ਜ਼ ਬੋਲਿਆ ਗਿਆ ਤਾਂ ਮਗਰੋਂ ਆਤਮਾ ਨੂੰ ਪਛਤਾਤਾਪ ਕਰਨਾ ਪਊ ਵੀ ਕਿੱਥੇ ਘੋਰ ਪਾਪ ਹੋ ਗਿਆ। ਐਡੇ ਧਰਮਾਤਮਾ ਪੁਰਸ਼ ਨੂੰ ਫਿੱਕਾ ਬੋਲਿਆ ਗਿਆ। ਪਾਲਾ ਆਪਣੇ ਸੁਭਾਅ ਅਨੁਸਾਰ ਫੇਰ ਵੀ ਉਹਨੂੰ ਸਮਝੌਤਾ ਦੇਣੋਂ ਨਹੀਂ ਹਟਿਆ, ਪਰ ਪਰਸੇ ਨੇ ਮੁੜ ਇੱਕ ਸ਼ਬਦ ਵੀ ਨਹੀਂ ਬੋਲਿਆ। ਰਾਗੀ ਮੂੰਹ 'ਚ ਮੁਣਮੁਣ ਕਰਦਾ ਚਲਾ ਗਿਆ। ਉਹ ਹਮੇਸ਼ਾ ਵਾਂਗ ਪਰਸੇ ਅੱਗੇ ਇੱਕ ਵਾਰ ਫੇਰ ਹਾਰ ਮੰਨ ਗਿਆ ਲੱਗਦਾ ਸੀ। ਪੂਰੇ 6 ਮਹੀਨੇ ਜੇਠੇ ਤੇ ਪੋਲੇ ਦੀ ਕੋਈ ਚਿੱਠੀ ਨਹੀਂ ਆਈ, ਨਾ ਹੀ ਪਰਸੇ ਤੇ ਬਸੰਤੇ ਨੇ ਉਡੀਕੀ। ਦੋਏ ਪਿਓ ਪੁੱਤ ਖੇਤੀ ਦੇ ਕੰਮ 'ਚ ਜਿਵੇਂ ਗੋਡੇ ਗੋਡੇ ਖੁੱਭ ਗਏ। ਅਜਿਹੀਆਂ ਫਜ਼ੂਲ ਗੱਲਾਂ ਸੋਚਣ ਦੀ ਵੇਲ ਹੀ ਉਹਨਾਂ ਕੋਲ ਕਿੱਥੇ ਸੀ। ਪਰ ਚੜ੍ਹਦੇ ਹਾੜ ਜੇਠੇ ਦੀ ਇੱਕ ਚਿੱਠੀ ਆ ਗਈ। ਲਿਖਿਆ ਸੀ, ਮਾਨਯੋਗ ਬਾਪੂ ਜੀ ਸਾਹਿਬ, ਪੋਲਾ ਤਾਂ ਪੁਲਿਸ 'ਚ ਭਰਤੀ ਹੋ ਕੇ ਟ੍ਰੇਨਿੰਗ ਵਾਸਤੇ ਚਲਾ ਗਿਆ। ਉਹ ਟ੍ਰੇਨਿੰਗ ਤੋਂ ਮਗਰੋਂ ਛੋਟਾ ਥਾਣੇਦਾਰ ਲੱਗ ਸਕੂਗਾ, ਤੇ ਜੇ ਥਾਣੇ ਵਾਲੇ ਉਹਦੇ ਚਾਲ ਚੱਲਣ ਦੀ ਪੜਤਾਲ ਕਰਨ ਇੱਥੇ ਆਉਣ ਤਾਂ 2 ਮੋਤਬਰ ਬੰਦਿਆਂ ਦੇ ਗੂਠੇ ਲਵਾ ਦੇਣਾ ਜੀ। ਮੈਂ ਇਸ ਸਾਲ ਛੁੱਟੀਆਂ 'ਚ ਘਰੇ ਨਹੀਂ ਆ ਸਕਦਾ ਜੀ। ਦਿੱਲੀ ਸਾਡਾ ਕੈਂਪ ਲੱਗਣਾ ਹੈ, ਟੀਮ ਦੇ ਨਾਲ ਜਾਣਾ ਪਊਗਾ ਜੀ, ਕਿਉਂਕਿ ਮੈਂ ਇੱਥੇ ਵੀ ਟੀਮ ਦਾ ਕਪਤਾਨ ਬਣ ਗਿਆ ਜੀ। ਹੋਰ ਸਭ ਸੁੱਖ ਸਾਂਦ ਹੈ ਜੀ। ਬਸੰਤੇ ਨੂੰ ਮੇਰੀ ਸਤਿ ਸ੍ਰੀ ਅਕਾਲ ਆਖਣੀ ਜੀ, ਨਾਲੇ ਕਹਿਣਾ ਹੁਣ ਵਿਆਹ ਕਰਵਾ ਲਵੇ ਜੀ, ਤੁਹਾਨੂੰ ਰੋਟੀ ਟੁੱਕ ਦਾ ਸੁੱਖ ਹੋ ਜਾਊਗਾ। ਹੋਰ ਹੁਣ ਕੀ ਲਿਖਾਂ ਜੀ? ਰਾਜੀ ਖੁਸ਼ੀ ਦਾ ਪਤਾ ਦੇਣਾ ਜੀ, ਮੇਰੀ ਰਾਮ ਸੱਤ ਤੇ ਫਤਿਹ ਪ੍ਰਵਾਨ ਕਰਨੀ ਜੀ। ਤੁਹਾਡਾ ਪੁੱਤਰ ਜੇਠਾ ਚੰਦ। ਚਿੱਠੀ ਪੜ੍ਹ ਕੇ ਪਰਸਾ ਵਿਅੰਗ ਨਾਲ ਮੁਸਕਰਾਇਆ। ਬਸੰਤੇ ਨੇ ਪੁੱਛਿਆ, ਕੀ ਲਿਖਿਆ ਬਾਈ ਨੇ? ਕਦੋਂ ਤਾਈਂ ਗੇੜਾ ਮਾਰਨਗੇ? ਲਿਖਿਆ, ਹੁਣ ਅਸੀਂ ਦੋਏ 7ਵੇਂ ਅਗਸਤ ਤੇ ਪਹੁੰਚ ਗਏ। ਇੱਥੋਂ ਬੰਦੇ ਕੀਟ ਪਤੰਗੇ ਦਿਸਦੇ ਆ ਤੇ ਗਾਈਆਂ ਮਈਆਂ ਭੁੰਡ ਟਿੱਡੀਆਂ ਨਜ਼ਰ ਆਉਂਦੀਆਂ। ਸਭ ਘਰ ਤੇ ਅਟਾਰੀਆਂ ਘੋਰਨਿਆਂ ਜੈਸੇ ਲੱਗਦੇ ਆ। ਤੇ ਚਿੱਠੀ ਦੇ 8 ਟੁਕੜੇ ਕਰਦਿਆਂ ਪਰਸੇ ਨੇ ਚੁੱਲ੍ਹੇ 'ਚ ਵਗਾ ਮਾਰੀ। ਬਸੰਤਾ ਉਦੋਂ ਰੋਟੀ ਪਕਾਉਣ ਲੱਗਿਆ ਸੀ। ਉਹ ਚਿੱਠੀ ਦੇ ਟੁਕੜੇ ਸੜਦੇ ਦੇਖ ਕੇ ਆਪ ਮੁਹਾਰਾ ਹੀ ਹੱਸ ਪਿਆ। ਫਿਰ ਗਿੱਲੀ ਲੱਕੜ ਨੂੰ ਫੂਕਣੀ ਨਾਲ ਮਚਾਉਂਦਾ ਉੱਚੀ ਸਾਰੀ ਬੋਲਿਆ, ਫੜ ਲਓ ਬਾਪੂ ਦਾ 2 ਵੱਡੇ ਸਾਹਿਬਜ਼ਾਦੇ। ਐਂ ਸਮਝਿਆ ਵੀ ਅਸੀਂ ਪਤਾ ਨਹੀਂ ਹੁਣ ਕੀ ਅਕਬਰ ਬਾਦਸ਼ਾਹ ਬਣ ਗਏ ਵੀ ਬਾਪੂ ਸਾਡੀ ਛਾਨੀ ਭਰਨ ਆਊਗਾ। ਉਹ 6 ਮਹੀਨਿਆਂ ਪਿੱਛੋਂ ਇੱਕ ਕਾਟ ਲਿਖ ਕੇ ਆਪਦੀ ਨਾਮਾਜ਼ਾਦੀ ਦੱਸੋ। ਉਸ ਦਿਨ ਪਰਸੇ ਨੇ ਬਸੰਤ ਨੂੰ ਦਾਲ 'ਚ ਤਰੋ ਤਰੀ ਘਿਓ ਪਾਉਣ ਨੂੰ ਕਿਹਾ। ਫਿਰ ਰਾਤ ਨੂੰ ਪੈਣ ਲੱਗਿਆ ਹੋਕਰਾ ਮਾਰ ਕੇ ਮੀਣੇ ਨੂੰ ਕਿਹਾ, ਉਹ ਮੀਣਿਆ ਇੱਕ ਬੜਕ ਬਤਾ ਮਾਰ ਓਏ। ਤੇ ਮੀਣੇ ਨੇ ਖੁਰਲੀ ਤੋਂ ਪਛਾਂ ਹਟ ਕੇ ਧਰਤੀ ਦੇ ਐਨ ਨਾਲ ਮੂੰਹ ਲਾਉਂਦਿਆਂ ਇੱਕ ਦੀ ਥਾਂ 3 ਬੜਕਾਂ ਮਾਰੀਆਂ। ਤੀਜੇ ਕੋਠੇ ਤੇ ਪਏ ਪ੍ਰਧਾਨੇ ਦੇ ਵਿਚਕਾਰਲੇ ਮੁੰਡੇ ਨੰਦ ਨੇ ਹਿਰਕੇ ਕਿਹਾ, ਆ ਸਾਲੇ ਬਾਹਮਣ ਅੱਧੀ ਰਾਤ ਦੇਖ ਕਿਵੇਂ ਆਪਦੇ ਪਿਓ ਤੋਂ ਬੜਕਾਂ ਮਰਵਾਈ ਜਾਂਦੇ ਆ, ਜਿਵੇਂ ਇਹ ਅਸਰਾਂ ਨਵੀਆਂ ਕਰਾਉਣੀਆਂ ਹੁੰਦੀਆਂ। ਹਾਲ ਦੇਖ ਤੂੰ ਇਹਨਾਂ ਦਾ, ਕੌਣ ਮੱਛਰਿਆ ਪਿਓ ਪੁੱਤ। ਪਰ ਪਰਸੇ ਤੇ ਬਸੰਤੇ ਦੋਹਾਂ ਨੂੰ ਕੋਈ ਗੁੱਝਾ ਚਾਅ ਚੜਿਆ ਸੀ। ਸ਼ਾਇਦ ਇਸੇ ਚਾਅ ਕਰਕੇ ਕਿੰਨੇ ਵਰਿਆਂ ਮਗਰੋਂ ਉਹਨੇ ਬਸੰਤੇ ਨੂੰ ਨਿੱਕਾ ਨਿਆਣਾ ਸਮਝ ਕੇ ਇੱਕ ਬਾਤ ਸੁਣਾਈ, ਜਿਹੜੀ ਅਕਸਰ ਉਹ ਕਦੇ ਨਿੱਕੇ ਹੁੰਦੇ ਨੂੰ ਸੁਣਾਉਂਦਾ ਹੁੰਦਾ ਸੀ। ਅਰਜਨ ਦੇ ਪੁੱਤਰ ਅਭਿਮਨਿਊ ਵਾਲੀ। ਜਦੋਂ ਉਹਨੂੰ ਦੁਰਯੋਧਨ ਦੇ ਧੋਖੇ ਨਾਲ ਘੇਰ ਕੇ ਮਾਰਿਆ ਤਾਂ ਉਹਨੇ ਅੰਤ ਵੇਲੇ ਕਿਹਾ, ਜੇ ਕਿਤੇ ਮੇਰੀ ਮਾਂ ਉਦੋਂ ਸੁੱਤੀ ਨਾ ਹੁੰਦੀ। ਜਦੋਂ ਮੇਰਾ ਪਿਓ ਅਰਜਨ ਚੱਕਰਵਿਊਹ ਦੀ ਕਹਾਣੀ ਸੁਣਾਉਂਦਾ ਸੀ ਤਾਂ ਮੈਨੂੰ ਚੱਕਰਵਿਊਹ ਤੋੜਨ ਦਾ ਗਿਆਨ ਹੋ ਜਾਂਦਾ, ਤੇ ਅੱਜ ਤੁਹਾਡੀਆਂ 7 ਪੀੜ੍ਹੀਆਂ ਨੂੰ ਕਿਹੜਾ ਨਾਸ ਨਾ ਕਰ ਦਿੰਦਾ। ਮੇਰੇ ਖੋਟੇ ਕਰਮ। ਪਰ ਬਾਪੂ ਉਹਦੀ ਮਾਂ ਐਸੀ ਬਾਤ ਸੁਣਦੀ ਸੁਣਦੀ ਸੌਂਕਾ ਤੋਂ ਗਈ ਭੋਲੀ। ਵਿੱਚੇ ਟੋਕ ਕੇ ਬਸੰਤੇ ਨੇ ਇਹ ਗੱਲ ਭਾਵੇਂ ਸ਼ਰਾਰਤ ਨਾਲ ਪੁੱਛੀ ਸੀ, ਪਰ ਪਰਸਾ ਗੰਭੀਰ ਹੋ ਕੇ ਬੋਲਿਆ, ਉਹਦੀ ਸੁਰਤੀ ਤੇ ਵਿਧਮਾਤਾ ਆ ਬੈਠੀ ਸੀ। ਕਿਉਂ? ਵਿਧਮਾਤਾ ਨੂੰ ਇਹੋ ਜਿਹੇ ਮੌਕੇ ਸਰਦਾ ਨਹੀਂ ਸੀ ਆਏ ਬਿਨਾਂ। ਉਹ ਜਿਹੜਾ ਭਾਣਾ ਮਗਰੋਂ ਵਰਤਣਾ ਸੀ ਉਹ ਫਿਰ ਕਿਵੇਂ ਵਰਤਦਾ ਭਾਈ? ਇਹੋ ਜਿਹਾ ਭਾਣਾ ਵਰਤਣਾ ਕੋਈ ਜ਼ਰੂਰੀ ਹੁੰਦਾ? ਕੁਦਰਤ ਦੇ ਰੰਗ ਹੈ। ਕਈ ਥਾਈਂ ਜਿੱਥੇ ਬੰਦਾ ਆਪਦੀ ਆਈ ਤੇ ਆ ਜਾਂਦਾ ਹੈ, ਉੱਥੇ ਵਿਧਮਾਤਾ ਵੀ ਹਾਰ ਮੰਨ ਜਾਂਦੀ ਹੈ। ਗ੍ਰੰਥਾਂ 'ਚ ਲਿਖਿਆ ਵੀ ਬੰਦਾ ਵੀ ਭਗਵਾਨ ਦਾ ਰੂਪ ਹੈ। ਜੇ ਉਹ ਚਾਹੇ ਤਾਂ ਸਮਰੱਥ ਹੋਵੇ ਤਾਂ ਸੂਰਜ ਚੜ੍ਹਨ ਨੂੰ ਵੀ ਰੋਕ ਸਕਦਾ ਹੈ। ਬਾਪੂ ਤੇਰੇ ਘੋਲ ਮਸੋਲਾ ਆਪਣੀ ਤਾਂ ਸਮਝ 'ਚ ਨਹੀਂ ਆਉਂਦਾ। ਵਿੱਚੇ ਤੇਰਾ ਭਾਣਾ ਤੁਰਿਆ ਫਿਰਦਾ, ਵਿੱਚੇ ਬੰਦੇ ਤੁਰੇ ਫਿਰਦੇ ਆ, ਅੱਕੇ ਵਿੱਚੇ ਚੱਪੂ ਵਿੱਚੋਂ ਬੇੜੀ, ਵਿੱਚੇ ਮੱਝ ਮੁਹਾਣੇ, ਵਿੱਚੇ ਮੰਝ ਮੁਹਾਣੇ। ਪਰਸਾ ਮੁਸਕਰਾਉਂਦਿਆਂ ਬੋਲਿਆ, ਮੈਨੂੰ ਕਿਹੜਾ ਗੁਰਖ ਦਾ ਸਮਝ ਆਇਆ ਕਦੇ? ਮੈਂ ਵੀ ਐਵੇਂ ਅੱਟੇ ਸੱਟੇ ਦੱਸੀ ਜਾਣਾ, ਜੋ ਸੁਣ ਲਿਆ ਉਹ ਗਾਂ ਸੁਣਾਤਾ। ਹੋਰ ਮੈਂ ਕੋਈ ਬੰਦੇ ਦਾ ਗਿਆਤਾ? ਆਪੇ ਤਾਂ ਤੂੰ ਹੈ, ਇੱਧਰੋਂ ਸੁਣ, ਉਧਰ ਗੱਲ ਉਧਰ ਬੋਲਤੀ,
ਗਿਆਤਾ ਜਗਿਆਸੂ ਦਾ ਤੇਰਾ ਪਾਲਾ ਸਿਉ ਹੈ, ਉਹਨੂੰ ਕਦੇ ਪੁੱਛ ਲਈ, ਸ਼ਾਇਦ ਦੱਸ ਦੇਵੇ। ਬੈਠਕ 'ਚ ਪਈਆਂ ਕੁਰਸੀਆਂ ਉੱਤੇ ਧੂੜ ਜੰਮ ਗਈ ਸੀ। ਅਲਮਾਰੀਆਂ ਵਿੱਚ ਪਈਆਂ ਜੇਠੇ ਤੇ ਪੋਲੇ ਦੀਆਂ ਪੁਰਾਣੀਆਂ ਕਿਤਾਬਾਂ ਤੇ ਕਾਪੀਆਂ ਚੂਹੇ ਕੁਤਰ ਗਏ ਸੀ। ਉਹਨਾਂ ਉੱਤੇ ਧੂੜ ਉੱਤੇ ਟਿੱਡੀਆਂ, ਕੀੜੀਆਂ, ਭੁੰਡੀਆਂ ਤੇ ਕਿਰਲੀਆਂ ਦੀਆਂ ਪੈੜਾਂ ਦੇ ਨਿਸ਼ਾਨਾਂ ਨਾਲ ਥਾਂ-ਥਾਂ ਜੰਜੀਰੀਆਂ ਜਿਹੀਆਂ ਟੁਕੀਆਂ ਲੱਗਦੀਆਂ ਸੀ। ਲੈਂਪ ਦੀ ਟੁੱਟੀ ਚਿਮਨੀ ਦੇ ਟੁਕੜੇ ਅਲਮਾਰੀ ਦੇ ਉਤਲੇ ਖਾਨੇ 'ਚ ਹੀ ਖਿਲਰੇ ਪਏ ਸੀ। ਲੈਂਪ ਦੇ ਉੱਤੇ ਸੜੀ ਬੱਤੀ ਦੀਵੇ ਦੇ ਜਿੱਥੇ ਹੋਏ ਮੂੰਹ 'ਚੋਂ ਕੁੱਤੇ ਦੀ ਜੀਭ ਵਾਂਗ ਬਾਹਰ ਨਿਕਲੀ ਹੋਈ ਸੀ। ਪਰਸੇ ਨੂੰ ਬੈਠਕ ਅੰਦਰ ਆਉਂਦਿਆਂ ਹੀ ਇਹ ਧੂੜ ਧੱਪਾ ਦੇਖ ਕੇ ਹੈਰਾਨੀ ਹੋਈ ਕਿ ਉਹਨਾਂ ਨੇ ਕਦੇ ਅੰਦਰ ਬੌਕਰ ਨਹੀਂ ਸੀ ਮਾਰੀ। ਹੇਠ ਉੱਤੇ ਝਾਕਦਿਆਂ ਕਿਹਾ, ਬਸੰਤ, ਬੌਕਰ ਲਿਆ ਅੰਦਰੋਂ, ਕੂੜਾ ਹੁੰਜੀਏ। ਫਿਰ ਜਿਵੇਂ ਕੁਝ ਗੁੱਸਾ ਖਾ ਕੇ ਅਲਮਾਰੀਆਂ 'ਚੋਂ ਪੁਰਾਣੀਆਂ ਕਿਤਾਬਾਂ ਤੇ ਕਾਪੀਆਂ ਕੱਢ ਬਾਹਰ ਸੁੱਟਣ ਲੱਗ ਪਿਆ। ਬਸੰਤੇ ਨੇ ਪੁੱਛਿਆ, ਇਹ ਕੂੜੇ ਨੂੰ ਸਿੱਟਣਾ ਕਿੱਥੇ ਹੈ? ਚੁੱਲ੍ਹੇ 'ਚ ਬਾਲ, ਹੋਰ ਇਹਨਾਂ ਨੂੰ ਗਮਲਿਆਂ ਰੁਮਾਲਿਆਂ 'ਚ ਵਲੇਟ ਕੇ ਪੂਜਣ ਵਾਸਤੇ ਰੱਖਾਂਗੇ। ਉਹ ਜਿਹੜਾ ਮੁੰਡਾ ਟੁੱਟਿਆ ਭੱਜਿਆ ਲੋਹਾ ਤੇ ਰੱਦੀ ਲੈਣ ਮੰਡੀਆਂ ਆਉਂਦਾ ਹੁੰਦਾ, ਉਹਨੂੰ ਨਾ ਚੁਕਾ ਦਈਏ। ਨਾ, ਐਸੀ ਚੀਜ਼ ਨਹੀਂ ਦਾ ਪੈਸਾ ਨਹੀਂ ਘਰੇ ਆਉਣਾ ਦੇਣਾ। ਕਿਉਂ? ਉਹ ਤੂੰ ਅੰਤਰੇ ਨਾ ਲਿਆ ਕਰ, ਬਸ ਤੈਨੂੰ ਜਦ ਕਹਿਤਾ ਵੀ ਚੁੱਲ੍ਹੇ 'ਚ ਬਾਲ ਦੇ। ਬਸੰਤ ਵਿਅੰਗੀਆਂ ਨਾਲ ਮੁਸਕਰਾਇਆ। ਉਦੋਂ ਪਿੱਛੋਂ ਉਹਨੇ ਕੋਈ ਗੱਲ ਨਹੀਂ ਛੇੜੀ। ਜਿਵੇਂ ਪਰਸਾ ਆਖੀ ਗਿਆ ਉਵੇਂ ਕਰੀ ਗਿਆ। ਪਰਸੇ ਤੋਂ ਇੰਨਾ ਵੀ ਸਬਰ ਨਹੀਂ ਹੋਇਆ ਕਿ 2-4 ਦਿਨ ਉਹ ਕਿਤਾਬਾਂ ਕਾਪੀਆਂ ਚੁੱਲ੍ਹੇ ਮੂਹਰੇ ਪਈਆਂ ਰਹਿਣ ਦੇਵੇ। ਵਿਹੜੇ ਦੇ ਵਿੱਚ ਘਾਹ ਢੇਰ ਲਾ ਕੇ ਸੀਖ ਲਵਾਤੀ। ਜਦੋਂ ਲੋਹੜੀ ਦੀ ਧੂਣੀ ਦੇ ਗੁਬਾਰ ਵਾਂਗ ਧੂਆਂ ਤਾਂ ਚੜਿਆ ਤਾਂ ਪਾਲਾ ਖੁੰਡੀ ਫੜ ਕੇ ਪਹੁੰਚ ਗਿਆ। ਅੰਦਰ ਆਇਆ ਤਾਂ ਦੇਖਿਆ ਪਰਸਾ ਇੱਕ ਬੇਰੀ ਦਾ ਟੰਬਾ ਫੜ ਕੇ ਹੋਲਾਂ ਕਰਨ ਵਾਲਿਆਂ ਵਾਂਗੂ ਸੜਦੇ ਢੇਰ ਨੂੰ ਉਲਟਾਈ ਪੁਲਟਾਈ ਜਾਂਦਾ ਸੀ। ਓਏ ਹੈ ਕੀ? ਤੂੰ ਕਰਨ ਕੀ ਲੱਗਿਆ? ਉਹਨੇ ਘਬਰਾਈ ਆਵਾਜ਼ 'ਚ ਪੁੱਛਿਆ। ਕੂੜ ਕੁਸੱਤ ਸਾੜਦਾ ਰਾਗੀਆ, ਕੂੜ ਕਿਹਾ। ਕੂੜਾ ਨੀ, ਕੂੜ ਕਸੱਤ, ਝੂਠ, ਕੂੜ, ਜਿਸ ਬਾਰੇ ਤੂੰ ਆਸਾ ਦੀ ਵਾਰ 'ਚ ਕਹਿਣਾ ਹੁੰਨਾ। ਕੂੜ ਡੋਬੇ ਕੂੜ। ਪਰ ਪਾਲੇ ਨੂੰ ਘਾਬਰਿਆ ਜਿਹਾ ਵੇਖ ਕੇ ਮੁਸਕਰਾਉਂਦਿਆਂ ਫਿਰ ਕਿਹਾ, ਹੋਰ ਚੰਗੀ ਤਰ੍ਹਾਂ ਦੱਸਾਂ? ਬਾਬੇ ਫਰੀਦ ਦਾ ਸ਼ਲੋਕ ਹੈ ਨਾ, ਕੋਠੇ ਮੰਡਪ ਪਾੜੀਆਂ ਉਹ ਸਾਰੇ ਦੇ ਵੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਜਾਏ ਪਏ। ਉਹ ਕੂੜ, ਕੂੜੇ ਸੌਦੇ। ਆ ਗਈ ਸਮਝ ਕੇ? ਹੋਰ ਕੁਛ ਦੱਸਾਂ? ਸੱਚੀ ਰਾਗੀ ਨੂੰ ਗੱਲ ਪੂਰੀ ਤਰ੍ਹਾਂ ਅਜੇ ਵੀ ਸਮਝ ਨਹੀਂ ਸੀ ਆਈ। ਉਹਨੇ ਅੱਧ ਸੜੀਆਂ ਕਾਪੀਆਂ ਤੇ ਕਿਤਾਬਾਂ ਤੋਂ ਹੀ ਅੰਦਾਜ਼ਾ ਲਾਇਆ ਕਿ ਜੇਠੇ ਤੇ ਪੋਲੇ ਦੀਆਂ ਹੋਣਗੀਆਂ। ਇਹ ਖਿਆਲ ਆਉਂਦਿਆਂ ਹੀ ਚਿੱਤ ਉਦਾਸ ਹੋ ਗਿਆ। ਪਰਸੇ ਦੇ ਕਮਲਵਾ ਦਾ ਉਹਨੂੰ ਪਤਾ ਸੀ, ਪਰ ਉਹ ਜਿਹਾ ਕਮਲ ਵੀ ਮਾਰ ਸਕਦਾ ਹੈ, ਉਹਦੀ ਸਮਝ ਤੋਂ ਬਾਹਰ ਦੀ ਗੱਲ ਸੀ। ਪਰ ਭਾਈ, ਇਸ ਵਿਦਿਆ ਦਾ ਕੀ ਦੋਸ਼ ਹੈ? ਇਹਦੇ ਤੇ ਕਾਹਦਾ ਕਰੋਧ? ਰਾਗੀ ਕੁਝ ਵਿਅੰਗ, ਉਦਾਸੀ ਤੇ ਰੋਸ ਨਾਲ ਬੋਲਿਆ। ਦੋਸ਼ ਹੈ ਹੀ ਇਸੇ ਪਾੜਤ ਦਾ ਜਿਹਨੇ ਮਾਨਸਾਂ ਤੋਂ ਦੇਵਤੇ ਕਰਨ ਦੀ ਥਾਂ ਬੰਦੇ ਹੀ ਪਸ਼ੂ ਬਣਾਤੇ। ਕਿਉਂ? ਝੂਠ ਹੈ ਮੇਰੀ ਗੱਲ? ਜਾਂ ਤਾਂ ਕਹਿ ਵੀ ਝੂਠ ਹੈ। ਕੂੜ। ਰਾਗੀ ਦੇ ਗੋਰੇ ਮੱਥੇ ਤੇ ਤਿਉੜੀਆਂ ਸੰਘਣੀਆਂ ਹੋ ਗਈਆਂ, ਨਿੱਕੀਆਂ ਚਮਕਦੀਆਂ ਅੱਖਾਂ 'ਚ ਗਹਿਰ ਆ ਗਈ। ਉਹਨੂੰ ਆਪਣੀ ਖੂੰਡੀ ਕੰਬਦੀ ਲੱਗੀ ਤੇ ਉਰਲੇ ਪਾਸੇ ਖੁਰਲੀ ਦੀ ਬੰਨੀ ਉੱਤੇ ਹੀ ਬਹਿ ਗਿਆ। ਉਸੇ ਵੇਲੇ ਬੈਠਕ ਵਿੱਚੋਂ ਕੂੜੇ ਦਾ ਬੱਠਲ ਭਰੀ ਬਸੰਤਾ ਬਾਹਰ ਵਿਹੜੇ 'ਚ ਆ ਕੇ ਰਾਗੀ ਵੱਲ ਝਾਕਦੇ ਹੀ ਬੋਲਿਆ, ਤਾਇਆ ਜੀ ਸਤਿ ਸ੍ਰੀ ਅਕਾਲ, ਕਿਵੇਂ ਬੈਠੇ ਹੋ? ਜਿਵੇਂ ਬੈੜ ਗੁਆਚੀ ਹੁੰਦੀ ਆ। ਖੈਰ ਸੁੱਖ ਤਾਂ ਹੈ। ਤੇ ਉਹ ਹੱਸ ਕੇ ਬਾਹਰ ਗਲੀ 'ਚ ਕੂੜਾ ਸੁੱਟਣ ਚਲਾ ਗਿਆ। ਕੂੜਾ ਸੁੱਟ ਕੇ ਮੁੜਿਆ ਤਾਂ ਪਰਸੇ ਨੇ ਰਾਗੀ ਨੂੰ ਸੁਣਾਉਣ ਲਈ ਕਿਹਾ, ਤੇਰੇ ਤਾਏ ਦੀ ਵਹਿੜ ਨਹੀਂ, ਗਿਆਨ ਗੁਆਚ ਗਿਆ, ਜਿਹਨੂੰ ਵਿਦਿਆ ਕਹਿੰਦੇ ਆ, ਗ੍ਰੰਥ ਵਿਦਿਆ। ਕਿਹੜੀ ਵਿਦਿਆ? ਹੰਸੇ ਡਕੌਤ ਦੀ ਮਾਸੀ। ਪਰਸਾ ਉੱਚੀ ਹੱਸ ਪਿਆ। ਸ਼ਾਇਦ ਉਹਦੇ ਹਾਸੇ ਨਾਲ ਹੀ ਰਾਗੀ ਦਾ ਚਿੱਤ ਵੀ ਕੁਝ ਟਿਕਾਣੇ ਆ ਗਿਆ। ਦਾੜੀ ਤੇ ਹੱਥ ਫੇਰਦਿਆਂ ਬੋਲਿਆ, ਕਰ ਲੈ ਤਾਏ ਨੂੰ ਚਿਹੜਾ, ਤੇਰੇ ਤੇ ਨਵੀਂ ਜਵਾਨੀ ਆਈ ਆ ਬੱਚੂ, ਤੇਰੇ ਕੀ ਸਾਰੇ ਆ। ਸਾਡੀ ਜਵਾਨੀ ਤਾਂ ਤਾਇਆ ਮਾਝੇ ਵਾਲੇ ਭਾਊਆਂ ਦੇ ਕੱਟੇ ਵਰਗੀ ਆ। ਦੱਸਦੇ ਆ ਵੀ ਪਹਿਲਾਂ ਤਾਂ ਉਹ ਸਾਲ ਦਿਆਂ ਨੂੰ ਹਲਟਾ ਮੂਰੇ ਜੋੜ ਲੈਂਦੇ ਆ ਇਕੱਠੇ 2-2, ਮਗਰੋਂ ਝੋਨੇ ਵਾਲੀ ਪੈਲੀ ਵਾਹੁਣ ਲਾ ਲੈਂਦੇ ਆ, ਤੇ ਜਦੋਂ ਬਕਾਰ ਜਿਹਾ ਹੋ ਗਿਆ ਉਦੋਂ ਉਹ ਤੈਨੂੰ ਗੜੀ ਪਏ ਕਹਿ ਕੇ ਤਰਨ ਤਾਰਨ ਜਾਂ ਅੰਬਰਸਰ ਵੇਚ ਆਉਂਦੇ ਆ। ਅੰਬ ਚੂਪ ਕੇ ਗੁਠਲੀਆਂ ਦੇ ਵੀ ਪੈਸੇ ਵੱਟ ਲੈਂਦੇ ਆ। ਮੋਲੇ ਝੋਟਿਆਂ ਨੂੰ ਉਹ ਕਿਸੇ ਨੇ ਕੀ ਕਰਨੇ ਆ ਬਈ? ਬੜਾ ਭੋਲਾ ਹੈ ਤਾਇਆ ਜੀ ਤੂੰ ਵੀ। ਆਪੇ ਤਾਂ ਧਾਰਨਾ ਲਾਉਣਾ ਹੁੰਦਾ ਬਈ ਤੇਰਾ ਚੰਮ ਨਾ ਕਿਸੇ ਕੰਮ ਆਵੇ, ਪਸ਼ੂਆਂ ਦੇ ਹੱਡ ਵਿਕਦੇ, ਉਹ ਗਾਂ ਬੁੱਚਣਾ ਦਾ ਕੰਮ ਸਾਰਦੇ ਆ। ਉਹ ਜਿਵੇਂ ਤੂੰ ਕਹਿੰਦਾ ਹੁੰਦਾ ਪਸ਼ੂ ਮਰੇ 10 ਕਾਜ ਸਵਾਰੇ। ਰਾਗੀ ਦਾ ਚਿਹਰਾ ਫਿਰ ਉਦਾਸ ਹੋ ਗਿਆ। ਉਹਨੇ ਦੋਏ ਪਿਓ ਪੁੱਤਾਂ ਦਾ ਹਾਸਾ ਵੀ ਸੂਲਾਂ ਵਾਂਗ ਚੁੱਭਦਾ ਲੱਗਿਆ। ਬਹੁਤਾ ਚਿਰ ਉੱਥੇ ਬੈਠ ਨਹੀਂ ਸਕਿਆ। ਉੱਠ ਕੇ ਤੁਰਨ ਲੱਗਿਆ ਤਾਂ ਪਰਸੇ ਨੇ ਬਸੰਤੇ ਨੂੰ ਹੋਕਰਾ ਮਾਰਿਆ, ਓਏ ਆਪਦੇ ਤਾਏ ਨੂੰ ਚਾਹ ਪਾਣੀ ਤਾਂ ਪਿਆ ਬਸੰਤਿਆ, ਆਪਾਂ ਤਾਂ ਆਪਦੇ ਰੌਲੇ 'ਚ ਹੀ ਭੁੱਲ ਹੀ ਗਏ। ਬਸੰਤਾ ਬੈਠਕ ਦੀਆਂ ਅਲਮਾਰੀਆਂ ਝਾੜਦਾ ਬੋਲਿਆ ਵਾਂਗ ਬੋਲਿਆ, ਉਹ ਕੀ ਆਖਿਆ ਤਾਏ ਨੂੰ ਚਾਹ?
ਉਹ ਚਾਹ ਜਿੰਨੀ ਤਾਇਆ ਆਖੇ, ਚਾਹ ਨਾਲ ਤਾਏ ਨੂੰ ਨਮਾ ਦਿਆਂਗੇ, ਬਸ ਆ ਕੂੜਾ ਹੂੰਝ ਕੇ ਹੁਣੇ ਆਇਆ। ਪਰ ਰਾਗੀ ਚੁੱਪ ਕਰਕੇ ਤੁਰ ਆਇਆ। ਉਹਨਾਂ ਦੀ ਕੋਈ ਗੱਲ ਉਹਨੇ ਨਹੀਂ ਸੁਣੀ ਤੇ ਨਾ ਹੀ ਪਰਸੇ ਦੇ ਕਈ ਵਾਰ ਜ਼ੋਰ ਦੇਣ ਤੇ ਰੁਕਿਆ। ਨਿਰੇ ਪੱਥਰ ਦੇ ਪੱਥਰ। ਮੁੜਦਿਆਂ ਰਾਗੀ ਸੋਚੀ ਪੈ ਗਿਆ, ਐ ਕਿੰਨਾ ਕੁ ਚਿਰ ਪਸ਼ੂਆਂ ਵਾਲੀ ਜੂਨ ਭੋਗਣਗੇ, ਇਹਨਾਂ ਨੂੰ ਕਦੋਂ ਅਕਲ ਆਊ ਜੜ ਬੰਦਿਆਂ ਨੂੰ। ਪਰ ਬਸੰਤਾ ਤੇ ਪਰਸਾ ਉਵੇਂ ਮਸਤ ਹੋਏ ਕੰਮ 'ਚ ਰੁੱਝੇ ਰਹੇ, ਹੋਰ ਕਿਸੇ ਪਾਸੇ ਧਿਆਨ ਨਹੀਂ ਕੀਤਾ। ਚੰਗੀ ਤਰ੍ਹਾਂ ਸਫਾਈ ਕਰਕੇ ਆਥਣੇ ਬਸੰਤੇ ਨੇ ਬੈਠਕ 'ਚ ਕੁਰਸੀਆਂ ਡਾਹ ਕੇ ਨਿੱਕਾ ਜਿਹਾ ਮੇਜ਼ ਵਿਚਕਾਰ ਰੱਖ ਲਿਆ। ਦਾਲ ਰੋਟੀ ਸੱਚੀ ਮੇਜ਼ ਤੇ ਲਿਆ ਧਰੀ। ਪਰਸੇ ਨੂੰ ਹਾਕ ਮਾਰ ਕੇ ਕਿਹਾ, ਆ ਜਾ ਬਾਪੂ, ਅੱਜ ਆਪਾਂ ਵੀ ਸਰਦਾਰ ਬਣ ਕੇ ਖਾਣਾ ਖਾਈਏ। ਟਿਫਨ ਉਹ ਕੀ ਕਹਿੰਦੇ ਆ ਉਹਨੂੰ? ਪਰਸਾ ਬੈਠਕ ਵੱਲ ਆਉਂਦਾ ਮੀਣੇ ਨੂੰ ਥਾਪੀ ਦਿੰਦਾ ਬੋਲਿਆ, ਲੈ ਵੀ ਸ਼ੇਰਾ, ਮਾਰ ਇੱਕ ਗੱਜਵੀਂ ਬੜਕ ਤੂੰ ਵੀ। ਉਹ ਜੇ ਬੈਠਕ ਦੇ ਅੰਦਰ ਨਹੀਂ ਸੀ ਆਇਆ, ਮੀਣੇ ਨੇ 2 ਬੜਕਾਂ ਮਾਰਤੀਆਂ। ਖੱਬੇ ਸੁਰ ਨਾਲ ਉਡਾਈ ਮਿੱਟੀ ਦਾ ਗੁਬਾਰ ਉਵੇਂ ਅਸਮਾਨ ਵੱਲ ਚਾੜਿਆ ਜਿਵੇਂ ਕਿਤਾਬਾਂ ਕਾਪੀਆਂ ਦਾ ਧੂੰਆਂ ਚੜਿਆ ਸੀ। ਬੈਠਕ ਵਿੱਚ ਬੈਠੇ ਉਹ ਦੋਏ ਪਿਓ ਪੁੱਤ ਮੀਣੇ ਵੱਲ ਵੇਖਦਿਆਂ ਮੁਸਕਰਾਉਂਦੇ ਰਹੇ। ਮੀਣਾ ਵੀ ਕਣਖਾ ਬੈਠਕ ਵੱਲ ਝਾਕਣ ਲੱਗ ਪਿਆ। ਪਰਸੇ ਨੇ ਪੁੱਛਿਆ, ਆ ਮੇਜ਼ ਤੂੰ ਧੋਤਾ ਨਹੀਂ? ਧੋਤਾ ਸੀ। ਆ ਫਿਰ ਸ਼ਾਹੀ ਕਿੱਥੋਂ ਲੱਗੀ ਰਹਿ ਗਈ? ਬਥੇਰਾ ਰਗੜੀ ਲੱਥੀ ਨਹੀਂ, ਪੱਕੀ ਸ਼ਾਹੀ ਲੱਗਦੀ ਆ। ਪੱਕਾ ਤਾਂ ਰੱਬ ਦਾ ਨਾਂ ਹੀ ਦੱਸਦੇ ਆ, ਉਹਨੂੰ ਵੀ ਹੁਣ ਆ ਕਾਮਰੇਟ ਆਖੀ ਜਾਂਦੇ ਆ ਵੀ ਐਵੇਂ ਭਰਮ। ਰੱਬ ਤਾਂ ਹੈ ਹੀ ਕੱਚਾ ਰੰਗ ਕੁਸੰਭਕਾ, ਪਹਿਲੇ ਤੋਂ ਹੀ ਖੁਰ ਜਾਂਦਾ। ਫਿਰ ਇਹ ਸੰਸਾਰਕ ਸ਼ਾਹੀਆਂ ਕਿੱਥੋਂ ਐਡੀਆਂ ਪੱਕੀਆਂ ਆ ਗਈਆਂ ਬਈ। ਇਹ ਕਹਿ ਕੇ ਮੁਸਕਰਾਇਆ ਤਾਂ ਬਸੰਤਾ ਠਾਕਾ ਮਾਰ ਕੇ ਹੱਸ ਪਿਆ। ਹੁਣ ਤਾਂ ਬਾਪੂ ਤੂੰ ਖਾਸਾ ਗਾਂ ਵਧੂ ਵਿਚਾਰਾਂ ਦਾ ਹੁੰਦਾ ਜਾਣਾ, ਜਿਵੇਂ ਕਾਮਰੇਟ ਹਰਦੇਵ ਕਹਿੰਦਾ ਹੁੰਦਾ। ਪਰਸਾ ਕੁਛ ਨਹੀਂ ਬੋਲਿਆ, ਜਿਵੇਂ ਬਸੰਤੇ ਦੀ ਗੱਲ ਉਹਨੇ ਸੁਣੀ ਨਹੀਂ ਸੀ। ਵਿਹੜੇ 'ਚ ਖੜੋਤੇ ਮੀਣੇ ਵੱਲ ਝਾਕਦਾ ਰਿਹਾ। ਕੁਝ ਚਿਰ ਪਿੱਛੋਂ ਗੰਭੀਰ ਆਵਾਜ਼ 'ਚ ਬੋਲਿਆ, ਹੁਣ ਫਿਰ ਵਿਆਹ ਵਿਊਹ ਦੀ ਕੀ ਸਲਾਹ ਹੈ ਬਈ ਬਸੰਤ ਸਿਆ? ਦੇਖ ਲੈ ਕਿਤੇ ਐਵੇਂ ਹੀ ਬੈਠੇ ਬਿਠਾਏ ਹੋਰ ਔਖੇ ਨਾ ਹੋ ਜੀਏ ਹਾਲੋਂ ਬੇਹਾਲ। ਹੁਣ ਤੇਰੇ ਖਿਆਲ 'ਚ ਕਿਹਾ ਜਿਹਾ ਹਾਲ ਹੈ ਆਪਣਾ? ਹੁਣ ਤਾਂ ਐਸ਼ ਕਰਦੇ ਆ। ਸੁੱਕ ਪੱਕੇ ਨਾਲ ਦੀ ਭਲਾ ਕੋਈ ਰੀਸ ਹੈ ਬਾਪੂ ਸਿਆ? ਸਿਆਣੇ ਕਹਿੰਦੇ ਹੁੰਦੇ ਆ ਬਈ ਭਾਵੇਂ ਸੁੱਕ ਪੱਕੇ ਦੀ ਰੀਸ ਤਾਂ ਨਹੀਂ, ਪਰ ਬੱਚੂ ਮੀਂਹ ਬਿਨਾਂ ਸਰਦਾ ਵੀ ਨਹੀਂ ਕਿ ਸਰ ਜਾਂਦਾ ਹੈ। ਤੇਰੀ ਮਰਜ਼ੀ ਹੈ, ਚੰਗੀ ਤਰ੍ਹਾਂ ਸੋਚ ਲੈ। ਮੈਂ ਪਰਸੋਂ ਜੈਰਾਮ ਨੂੰ ਸੁਨੇਹਾ ਤਾਂ ਭੇਜ ਬੈਠਾ। 2 ਸਾਲ ਹੋ ਗਏ ਭਲੇ ਮਾਨਸ ਨੇ ਆ ਕੇ ਗੱਲ ਹੀ ਨਹੀਂ ਕੀਤੀ। ਮੁੜ ਕੇ ਕਿਤੇ ਕੋਈ ਹੋਰ ਹੀ ਇਰਾਦਾ ਨਾ ਬਣਾਈ ਫਿਰਦਾ ਹੋਵੇ। ਚਲੋ ਤਾਂ ਵੀ ਠੀਕ ਹੈ, ਆਪਾਂ ਕਿਹੜਾ ਜੋੜੇ ਲਾਈ ਫਿਰਦੇ ਆ। ਹੋ ਜੂ ਤਾਂ ਵੀ ਠੀਕ ਹੈ, ਨਹੀਂ ਤਾਂ। ਪਰਸੇ ਨੇ ਬਸੰਤੇ ਵੱਲ ਇਉਂ ਦੇਖਿਆ ਜਿਵੇਂ ਉਹਦੀ ਪਛਾਣ ਕੱਢਦਾ ਹੋਵੇ। ਸੱਚੀ ਉਹ ਪਛਾਣ 'ਚ ਹੀ ਨਹੀਂ ਸੀ ਆ ਰਿਹਾ। ਉਹਦਾ ਗੋਰਾ ਚਿਹਰਾ 4 ਵਰਿਆਂ 'ਚ ਕਰੜੀਆਂ ਧੁੱਪਾਂ ਤੇ ਪਾਲਿਆਂ ਨਾਲ ਰੜ ਗਿਆ ਸੀ, ਤੰਦੂਰ ਦੀ ਰੋਟੀ ਵਾਂਗ। ਅੱਖਾਂ ਦੇ ਬਾਹਰਲੇ ਕੋਇਆਂ ਦੁਆਲੇ ਬਹੁਤ ਬਰੀਕ ਲਕੀਰਾਂ ਜਿਹੀਆਂ ਉੱਭਰ ਆਈਆਂ ਸੀ, ਪਰ ਕਾਲੀਆਂ ਸ਼ਾਹ ਕਾਕੀਆਂ ਰੰਗਾਂ ਦੇ ਪਾਣੀ ਵਾਂਗ ਨਿੱਤਰੀਆਂ ਹੋਈਆਂ ਸੀ। ਗੱਲਾਂ ਦੇ ਚੌੜੇ ਤੇ ਉੱਚੇ ਹੱਡ ਹੋਰ ਨਿਖੜਵੇਂ ਦਿਸਣ ਲੱਗ ਪਏ ਸੀ ਤੇ ਠੋਡੀ ਵਧੇਰੇ ਤਿੱਖੀ ਹੋਈ ਲੱਗਦੀ ਸੀ। ਪਹਿਲਾਂ ਨਾਲੋਂ ਲੰਮਾ ਤੇ ਛਾਂਟਵਾਂ ਦਿਸਦਾ ਸਰੀਰ ਸਰੀ ਵਰਗਾ ਹੋ ਗਿਆ ਸੀ। ਚੌੜੇ ਮੋਢਿਆਂ ਤੇ ਨਜ਼ਰ ਜਾਂਦਿਆਂ ਹੀ ਮੋਟੇ ਮਲੇਸ਼ੀਏ ਦੇ ਕੁੜਤੇ ਦੇ ਗਲਮੇ ਵਿੱਚੋਂ ਹੀ ਧੌਣ ਤੋਂ ਹੇਠ ਤੀਰ ਦੀ ਮੁੱਖੀ ਵਰਗੀ ਦਾਖੀ ਰੰਗ ਦੀ ਨੋਕ ਐਨ ਢਿੱਡ ਦੇ ਉਤਲੇ ਪਾਸੇ ਆ ਲੱਗੀ ਸੀ। ਲਾਪਰਵਾਹੀ ਕਾਰਨ ਜਾਂ ਟੁੱਟੇ ਬਟਨ ਨਾ ਟਾਂਕਣ ਦੀ ਆਦਤ ਕਰਕੇ ਗਲਮਾ ਖੁੱਲਾ ਰਹਿਣ ਕਰਕੇ ਛਾਤੀ ਦਾ ਜਿੰਨਾ ਕੁ ਥਾਂ ਨੰਗਾ ਰਹਿੰਦਾ ਸੀ ਉਹ ਧੁੱਪਾਂ ਲੂਆਂ ਨਾਲ ਲੋਹਿਆ ਗਿਆ ਸੀ। ਤੈਨੂੰ ਪਤਾ ਬਸੰਤਿਆ, ਜਦੋਂ ਲਛਮਣ ਦੇ ਬਰਛੀ ਵੱਜਦੀ ਆ ਉਦੋਂ ਹਨੂਮਾਨ ਸੰਜੀਵਨੀ ਬੂਟੀ ਲੈਣ ਜਾਂਦਾ ਹੈ ਤਾਂ ਵੈਦ ਕਹਿੰਦਾ ਹੈ ਬਈ ਜੇ ਸੂਰਜ ਚੜ੍ਹਦੇ ਤੋਂ ਪਹਿਲਾਂ ਬੂਟੀ ਨਾ ਆਈ ਤਾਂ ਲਛਮਣ ਨਹੀਂ ਬਚ ਸਕਦਾ ਤੇ ਹਨੂਮਾਨ ਨੂੰ ਬੂਟੀ ਥਿਆਉਂਦੀ ਨਹੀਂ, ਇਸ ਕਰਕੇ ਪਹਾੜੀ ਚੱਕ ਤੁਰਦਾ। ਪਰਸੇ ਦੀ ਗੱਲ ਪੂਰੀ ਕਰਦਿਆਂ ਬਸੰਤਾ ਦੰਦ ਕੱਢ ਕੇ ਇੰਨਾ ਉੱਚੀ ਹੱਸਿਆ ਕਿ ਬਿੰਦਾ ਬਿੰਦ ਪਰਸਾ ਫਿਰ ਉਹਦੇ ਮੂੰਹ ਵੱਲ ਦੇਖਣ ਲੱਗ ਪਿਆ। ਉਹਨੂੰ ਇਉਂ ਹੱਸਦੇ ਤਾਂ ਉਹਦਾ ਚਿਹਰਾ ਮੋਹਰਾ ਸੱਚੀ ਬਜਰੰਗ ਬਲੀ ਵਰਗਾ ਲੱਗਿਆ, ਕੁਝ ਭਿਆਨਕ ਜਿਹਾ, ਤੇ ਨਿਗਾਹ ਗੱਡ ਕੇ ਝਾਕਦਾ ਰਿਹਾ। ਪਰਸੇ ਨੇ ਅਗਲੇ ਦਿਨ ਬੇਲੀ ਰਾਮ ਦੇ ਮੁੰਡੇ ਪੂਰਨ ਨੂੰ ਮਾਣੂ ਕੀ ਘੱਲ ਦਿੱਤਾ, ਪਰ ਦੂਜੇ ਦਿਨ ਆ ਕੇ ਪੂਰਨ ਨੇ ਜਿਹੜੀ ਗੱਲ ਦੱਸੀ ਪਰਸੇ ਨੂੰ ਸੁਣ ਕੇ ਸੱਚ ਨਹੀਂ ਆਇਆ। ਜੈਰਾਮ ਨੇ ਕੁੜੀ ਦੀ ਗੱਲ ਕਿਧਰੇ ਹੋਰ ਪੱਕੀ ਕਰ ਲਈ ਸੀ ਤੇ ਇਸੇ ਸਾਲ ਕੱਤੇ ਦਾ ਵਿਆਹ ਵੀ ਧਰਤਾ ਸੀ। ਪਰਸੇ ਨੂੰ ਉਸ ਰਾਤ ਨੀਂਦ ਨਹੀਂ ਆਈ। ਦੂਜੇ ਦਿਨ ਹੀ ਉਹ ਪ੍ਰਧਾਨੇ ਕੀ ਘੋੜੀ ਲੈ ਕੇ ਪੈਰ ਦੇ ਤੜਕੇ ਮਾਨੂਕਿਆਂ ਨੂੰ ਤੁਰ ਗਿਆ। ਜੈਰਾਮ ਦਾ ਖੇਤ ਪਿੰਡੋਰਲੇ ਪਾਸੇ ਹੀ ਸੀ। ਉਹਨਾਂ ਨੇ ਸੀਰੀ ਵਾਸਤੇ ਇੱਥੇ ਕੋਠਾ ਵੀ ਛੱਤਿਆ ਹੋਇਆ ਸੀ। ਪਰਸਾ ਜਦੋਂ ਪਹੁੰਚਿਆ ਤਾਂ ਸੀਰੀ ਦੇ ਘਰ ਵਾਲੀ ਆਟਾ ਗੁੰਨਣ ਲੱਗੀ ਸੀ। ਝੀਕ ਜਿਹੀ ਸੀ, ਜਿਵੇਂ 10-12 ਵਰਿਆਂ ਦੀ ਜਵਾਕੜੀ ਹੋਵੇ। ਪਰਸੇ ਦਾ ਉਹਨੂੰ ਬੁਲਾਉਣ ਲਈ ਉਂਝ ਹੀ ਮਨ ਨਹੀਂ ਕੀਤਾ। ਕੋਠੇ ਤੋਂ 10 ਕਰਮਾਂ ਉਰੇ ਘੋੜੀ ਰੋਕ ਕੇ 4 ਚੁਫੇਰੇ ਨਿਗਾਹ ਮਾਰੀ, ਪਰ ਲੱਕੋਂ ਉੱਚੀ ਹੋਈ ਸੰਘਣੀ ਕਪਾਹ ਤੇ ਚਰੀਆਂ ਗੁਆਰਿਆਂ ਵਿੱਚ ਕੋਈ ਹੋਰ ਬੰਦਾ ਨਹੀਂ ਦਿਸਿਆ। ਪਰ ਉਦੋਂ ਹੀ ਕਾਣਾ ਘੁੰਡ ਕੱਢੀ
ਉਸੇ ਸੀਰਨ ਨੇ ਉੱਠ ਕੇ ਨਿਝੱਕ ਉੱਚੀ ਸਾਰੀ ਕਿਹਾ, ਪੈਰੀ ਪੈਨੀ ਆ ਬਾਬਾ ਜੀ, ਆ ਜਾਓ ਪਾਣੀ ਦਿੱਤਾ ਨਹੀਂ ਪੀ ਲਓ, ਪੰਡਿਤ ਜੀ ਤਾਂ ਅਜੇ ਆਏ ਨਹੀਂ ਖੇਤ ਗੇੜਾ ਮਾਰਨ। ਪਰਸੇ ਨੂੰ ਉਹਦੀ ਟੱਲੀ ਵਰਗੀ ਟੁਣਕਵੀਂ ਆਵਾਜ਼ ਤੇ ਗੁੱਝੀ ਜਾਣਕਾਰੀ ਨਾਲ ਬੋਲੇ ਸ਼ਬਦ ਸੁਣ ਕੇ ਕੁਝ ਹੈਰਾਨੀ ਹੋਈ। ਘੋੜੀ ਨੂੰ ਵੱਟ ਟਪਾ ਕੇ ਗਾਂਹ ਕਰਦਿਆਂ ਧੀਮੀ ਆਵਾਜ਼ ਨਾਲ ਪੁੱਛਿਆ, ਤੂੰ ਭਾਈ ਬੀਬੀਆ ਮੈਨੂੰ ਕਿਵੇਂ ਜਾਣਦੀ ਹੈ? ਲੋ ਬਾਬਾ ਜੀ, ਆਪਦੇ ਘਰਦਿਆਂ ਨੂੰ ਵੀ ਕੋਈ ਭੁੱਲਿਆ ਹੁੰਦਾ ਹੈ। ਉਹਨੇ ਪਾਸਾ ਵੱਟ ਕੇ ਟਿੱਡੀ ਵਾਂਗ ਟਪੂਸੀ ਜੀ ਮਾਰਦਿਆਂ ਘੋੜੀ ਦੇ ਨੇੜੇ ਆ ਕੇ ਧਰਤੀ ਨਮਸਕਾਰਦਿਆਂ ਉਸੇ ਤਰ੍ਹਾਂ ਨਜਿੱਕ ਹੋ ਕੇ ਕਿਹਾ, ਆ ਪਰਸੋਂ ਜਿਆਮੇ ਪੰਡਤ ਕਾ ਪ੍ਰਾਹੁਣਾ ਜਦੋਂ ਆਇਆ ਹੈ, ਉਹਦੇ ਨਾਲ ਸਾਰੀ ਗੱਲਬਾਤ ਇੱਥੇ ਹੀ ਹੋਈ ਸੀ। ਸਾਡੇ ਪੰਡਤ ਜੀ ਦੀ ਆਪਣੀ ਟਾਹਲੀ ਹੇਠ ਤਾਂ ਬੈਠੇ ਰਹੇ ਆ ਦੋਏ ਜਣੇ। ਪਰਸਾ ਉਸ ਬੱਚਾ ਜਿਹਾ ਸੀਰਨ ਵੱਲ ਜਿਵੇਂ ਝਾਕਦਾ ਹੀ ਰਹਿ ਗਿਆ। ਫਿਰ ਘੋੜੀ ਤੋਂ ਉਤਰਨ ਦੀ ਤਿਆਰੀ ਕਰਨ ਲੱਗਿਆ ਤਾਂ ਉਸੇ ਵੇਲੇ ਖੰਭ ਵਾਂਗ ਉੱਡਦੀ ਉਹ ਅੰਦਰ ਗਈ ਤੇ ਵਾਣ ਦਾ ਮੰਜਾ ਲਿਆ ਕੇ ਬਾਹਰ ਟਾਹਲੀ ਹੇਠ ਡਾਹਤਾ। ਪਰ ਪਰਸਾ ਘੋੜੀ ਤੋਂ ਉਤਰ ਕੇ ਮੰਜੇ ਤੇ ਨਹੀਂ ਬੈਠਾ, ਖੜਾ ਰਿਹਾ। ਤੂੰ ਭਾਈ ਸਾਰੀ ਗੱਲਬਾਤ ਸੁਣੀ ਸੀ ਪਰਸੋਂ? ਮੈਂ ਜੀ ਦੱਸੀ ਤਾਂ ਜਾਨੀ ਆ ਵੀ ਸਾਰੀ ਗੱਲਬਾਤ ਮੇਰੇ ਸਾਹਮਣੇ ਹੋਈ ਆ। ਉਹਨੇ ਪਰਸੇ ਵਾਲੇ ਪਾਸਿਓਂ ਘੁੰਡ ਲੰਮਾ ਕਰਦਿਆਂ ਤੇ ਹੋਰ ਨੇੜੇ ਆਉਂਦਿਆਂ ਗੁੱਝੀ ਸੁਰ ਚ ਕਿਹਾ, ਸਾਰੇ ਪੰਡਤ ਜੀ ਤਾਂ ਬਾਬਾ ਜੀ ਜਵਾਬ ਦਿੰਦੇ ਆ, ਸਾਕ ਬੰਨਿਓ ਪਰ ਜੀ ਕਹਿ ਕੇ ਉਹ ਇੱਕਦਮ ਚੁੱਪ ਹੋ ਗਈ। ਫਿਰ ਉਹਨੇ ਕੋਠੇ ਦੇ ਮਗਰਲੇ ਪਾਸੇ ਵਾਲੇ ਖਾਲੀ ਵਾਹਣਾ ਉੱਤੋਂ ਦੀ ਦੂਰ ਤਾਈਂ ਨਿਗਾਹ ਮਾਰੀ ਤੇ ਦੁਚਿੱਤੀ ਚ ਪੈ ਕੇ ਸੱਜੇ ਪੈਰ ਦੇ ਨਿੱਕੇ ਜਿਹੇ ਗੂਠੇ ਨਾਲ ਮਿੱਟੀ ਖੁਰਚਣ ਲੱਗ ਪਈ। ਪਰਸੇ ਨੂੰ ਆਪਣੀ ਨਰੋਈ ਹਿੱਕ ਤੇ ਐਨ ਹੇਠ 2-3 ਵਾਰ ਵਦਾਨ ਦੀ ਸੱਟ ਵਰਗਾ ਅਹਿਸਾਸ ਹੋਇਆ। ਪੈਰਾਂ ਦੀਆਂ ਤਲੀਆਂ ਚੋਂ ਸੇਕ ਨਿਕਲਦਾ ਲੱਗਿਆ ਤੇ ਮੱਥਾ ਬਲਣ ਲੱਗ ਪਿਆ। ਤੂੰ ਸਹਿਮ ਨਾ ਮੰਨ ਭਾਈ, ਖੁੱਲ ਕੇ ਦੱਸ ਸਾਰੀ ਗੱਲ, ਜਮਾਂ ਤਸੱਲੀ ਰੱਖ, ਤੂੰ ਮੇਰੀਆਂ ਧੀਆਂ ਵਰਗੀ ਹੈ। ਗੱਲ ਮੇਰੇ ਤੇਰੇ ਤਾਈਂ ਰਹੂ, ਬਚਨ ਰਿਹਾ। ਐਨ ਭੋਰਾ ਦੱਸ ਜੋ ਚਿੱਤ ਚ ਹੈ। ਦੱਸਾਂ ਕੀ ਬਾਬਾ ਜੀ, ਸਾਡੀ ਬੀਬੀ ਆਹ ਗੰਗੀ ਥੋੜੀ ਬਣਨ ਵਾਲੀ ਨੂੰ ਤਾਂ ਮਰਨ ਮੰਡੀ ਬੈਠੀ ਹੈ। ਕਹਿੰਦੀ ਜਿੱਥੇ ਨਾ ਧਰਿਆ ਸੀ ਉੱਥੇ ਜਾਊਂ, ਨਹੀਂ ਤਾਂ ਖੂਹ ਟੋਬੇ ਪੈ ਕੇ ਮਰ ਜੂ। ਪਰ ਪੰਡਤ ਜੀ ਜ਼ਹਿਰੀ ਬੰਦੇ ਐ, ਕਹਿੰਦੇ ਤੀਹੋ ਕਾਲ। ਰਤਾ ਤ੍ਰਹਿ ਕੇ ਉਹ ਮੁੜ ਕੋਠੇ ਦੇ ਮਗਰਲੇ ਪਾਸੇ ਵਾਹਣਾ ਵੱਲ ਝਾਕਣ ਲੱਗ ਪਈ। ਪਰਸੇ ਨੇ ਅੱਧੂ ਵੱਧ ਉਸ ਨਾਲ ਗੱਲ ਕਰਨੀ ਠੀਕ ਨਹੀਂ ਸਮਝੀ। ਇੰਨਾ ਹੀ ਪੁੱਛਿਆ, ਹੁਣ ਮੈਨੂੰ ਜੈਰਾਮ ਘਰੇ ਮਿਲ ਜੂ ਭਾਈ? ਪੱਕਾ ਪਤਾ ਨਹੀਂ ਜੀ, ਮੰਡੀ ਗਏ ਦੱਸੀ ਦੇ ਸੀ, ਸ਼ੈਂਤ ਮੁੜ ਆਏ ਹੁਣ। ਚੰਗਾ ਭਾਈ, ਭਗਵਾਨ ਭਲਾ ਕਰੇ, ਮੈਂ ਪਤਾ ਕਰ ਲਾ ਉਹਨਾਂ ਦਾ। ਅੱਜੇ ਹੀ ਗੱਲ ਮੁੱਕਦੀ ਕਰੀਏ ਫਿਰ। ਸ਼ਾਬਾਸ਼, ਤੂੰ ਸਾਰੀ ਗੱਲ ਦੱਸਦੀ, ਚੰਗਾ ਕੀਤਾ। ਤੇ ਜਦੋਂ ਪਰਸਾ ਘੋੜੀ ਨੂੰ ਅੱਡੀ ਲਾ ਕੇ ਵਾਪਸ ਮੁੜਿਆ ਤਾਂ ਸੀਰਨ ਉੱਥੇ ਹੀ ਖੜੀ ਸੀ, ਵਣ ਦੀ ਚੀੜੀ ਮੁੱਢੀ ਵਾਂਗ। ਘੋੜੀ ਨੂੰ ਵੱਟ ਟਪਾਉਂਦਿਆਂ ਇੱਕ ਵਾਰ ਫੇਰ ਉਸ ਵੱਲ ਤੱਕਿਆ ਤਾਂ ਉਹ ਰਮੈਣ ਦੀ ਮੱਥਰਾ ਵਰਗੀ ਲੱਗੀ। ਪਰ ਉਸ ਪ੍ਰਤੀ ਕ੍ਰੋਧ ਨਹੀਂ ਜਾਗਿਆ, ਸਗੋਂ ਉਹਦੇ ਉਲਟ ਸਨੇਹ ਦਾ ਅਹਿਸਾਸ ਜਾਗ ਪਿਆ। ਰਾਹ 'ਚ ਘੋੜੀ ਰੋਕ ਕੇ ਬਿੰਦ ਦਾ ਬਿੰਦ ਦੁਚਿੱਤੀ 'ਚ ਪਿਆ ਰਿਹਾ। ਫਿਰ ਘੋੜੀ ਪਿਛਾਂ ਪਿੰਡ ਨੂੰ ਮੋੜ ਲਈ। ਜੈਰਾਮ ਵਰਗੇ ਬੰਦੇ ਦੇ ਮੱਥੇ ਲੱਗਣ ਨੂੰ ਮਨ ਨਹੀਂ ਮੰਨਿਆ। ਫਿਰ ਬਾਪੂ ਮੈਂ ਦਿਖਾਵਾਂ ਪੰਜੀ ਦਾ ਭੌਣ? ਬਸੰਤੇ ਨੇ ਹੱਸਦਿਆਂ ਕਿਹਾ। ਉਹ ਜੇ ਮੈਨੂੰ ਸੋਚਣ ਦੇ, ਕਾਹਲਾ ਨਾ ਪੈ, ਕਾਹਲ ਮਾੜੀ ਹੁੰਦੀ ਹੈ। ਸੋਚੀ ਪਿਆ ਤੇ ਬੰਦਾ ਗਿਆ। ਨਾਲੇ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ? ਇਹ ਆਪਣਾ ਹੱਕ ਨਹੀਂ ਬਣਦਾ? ਉਦੋਂ ਪਰਸੇ ਦੀਆਂ ਅੱਖਾਂ 'ਚ ਇੱਕ ਲਿਸ਼ਕ ਦਿਸੀ ਤੇ ਭਰਵਾਂ ਨਿੱਗਰ ਤਾਂਬੇ ਰੰਗਾ ਚਿਹਰਾ ਸੂਈ ਭਾ ਮਾਰਨ ਲੱਗ ਪਿਆ। ਗਾਂਹ ਹੋ ਕੇ ਬਸੰਤੇ ਦੇ ਖੱਬੇ ਮੋਢੇ ਉੱਤੇ ਆਪਣਾ ਨਰੋਆ ਹੱਥ ਧਰਦਿਆਂ ਬੋਲਿਆ, ਠੀਕ ਆ ਫਿਰ, ਮੇਰਾ ਆਸ਼ੀਰਵਾਦ ਹੈ। ਇਹਦੀ ਵੀ ਕੀ ਲੋੜ ਹੈ, ਪੁੱਤ ਤਾਂ ਤੇਰਾ ਹੀ ਆ, ਉਵੇਂ ਹੋਊ ਜਿਵੇਂ ਆਪਣੇ ਖਾਨਦਾਨ 'ਚ ਹੁੰਦਾ ਆਇਆ। ਉਹ ਮੁਸਕਰਾਇਆ। ਫਿਰ ਆਥਣੇ ਜਦੋਂ ਬਸੰਤਾ ਪੂਰਨ ਕੋਲ ਗਿਆ ਤਾਂ ਉਹ ਵਾੜੇ 'ਚ ਇਕੱਲਾ ਫਿਰਦਾ ਸੀ। ਬਿਨਾਂ ਕਿਸੇ ਫਾਲਤੂ ਗੱਲ ਤੋਂ ਸਿੱਧੀ ਗੱਲ ਦੱਸ ਕੇ ਉਹਨੂੰ ਪੁੱਛਿਆ, ਹੁਣ ਕਿਸੇ ਤਰ੍ਹਾਂ ਗੰਗੀ ਨੂੰ ਮਿਲਿਆ ਜਾ ਸਕਦਾ? ਪੂਰਨ ਉਹਦੇ ਮੂੰਹ ਵੱਲ ਝਾਕਣਾ ਬੋਲਿਆ, ਢਾਣਸ ਤਾਂ ਕੋਈ ਬਣ ਜੂ, ਪਰ ਤੇਰਾ ਸਹੁਰਾ ਸਾਹਿਬ ਬੰਦਾ ਬਾਹਲਾ ਜ਼ਹਿਰੀ ਆ। ਜੇ ਕਿਤੇ ਵਾਹ ਵੀ ਨਿਕਲ ਗਈ ਤਾਂ ਮੈਂ ਤਾਂ ਸਾਰੀ ਉਮਰ ਉੱਥੇ ਪੈਰ ਪਾਉਣ ਜੋਗਾ ਨਹੀਂ ਰਹਿਣਾ। ਜੇ ਕੋਈ ਐਸੀ ਗੱਲ ਲੱਗੂ ਤੂੰ ਦੱਸ ਦੀ, ਆਪਾਂ ਫਿਰ ਕੋਈ ਹੋਰ ਪ੍ਰਬੰਧ ਕਰ ਲਾਂਗੇ, ਤੇਰੇ ਸਿਰ ਬਰੋਂ ਨਹੀਂ ਆਉਣ ਦਿੰਦੇ। ਪੂਰਨ ਨੂੰ ਬਸੰਤ ਉਂਝ ਹੀ ਚੰਗਾ ਲੱਗਦਾ ਸੀ। ਦੂਜੇ ਉਹਦੇ ਚਿੱਤ 'ਚ ਇਹ ਵੀ ਕੌੜ ਸੀ ਕਿ ਪੰਡਤ ਜੈਰਾਮ ਨੇ ਉਹਨੂੰ ਬੇਜ਼ਬਾਨ ਕੀਤਾ ਸੀ। ਪਰ ਅਜੇ ਉਹਨੇ ਬਸੰਤੇ ਨੂੰ ਇੰਨੀ ਤਸੱਲੀ ਦਵਾ ਕੇ ਤੋਰਤਾ ਵੀ ਅੱਜ ਭਲ ਕੋਈ ਵਿਉਂਤ ਸੋਚ ਕੇ ਦੱਸੇਗਾ। ਪਰ ਵਿਉਂਤ ਉਹਨੇ ਸੋਚ ਲਈ ਸੀ। ਉਹਦੀ ਘਰ ਵਾਲੀ ਪੇਕੀ ਗਈ ਸੀ, ਕੰਮ ਦਾ ਬਹਾਨਾ ਬਣਾ ਕੇ ਉਹਨੂੰ ਛੇਤੀ ਲਿਆਉਣਾ ਸੀ। ਨਾਲੇ ਪੂਰਨ ਦੀ ਮਾਂ ਵੀ ਢਿੱਲੀ ਸੀ। ਇਹ ਦੂਰਾ ਬਹਾਨਾ ਸੀ। ਇੱਥੇ ਬਹਾਨੇ ਉਹ ਆਉਂਦੇ। ਸੋਮਵਾਰ ਬਸੰਤੇ ਨੂੰ ਨਾਲ ਲੈ ਕੇ ਦਿਨ ਦੇ ਛਪਾ ਮਗਰੋਂ ਮਾਣੂਕੇ ਜਾ ਪਹੁੰਚਿਆ। ਪੂਰਨ ਦੇ ਸਹੁਰਿਆਂ ਦਾ ਤੇ ਜੈਰਾਮ ਦਾ ਘਰ ਇੱਕੋ ਗਵਾੜ 'ਚ ਸੀ। ਉਹਨਾਂ ਦੇ ਭਾਗਾਂ ਨੂੰ ਪਿੰਡ ਵੜਦਿਆਂ ਹੀ ਝਖੇੜਾ ਆ ਗਿਆ। ਦੋਹਾਂ ਨੇ ਮੂੰਹਾਂ ਤੇ ਮੁੱਕੇ ਵਲੇਟ ਲਏ। ਫਿਰ ਬੱਦਲ ਗੱਜਿਆ, ਬਿਜਲੀ ਵੀ ਲਿਸ਼ਕੀ, ਗਲੀ ਵੀ ਸੁੰਨੀ ਸੀ। ਉਹ ਚੁੱਪ ਕਰਕੇ ਘਰੇ ਜਾ ਵੜੇ। ਪੂਰਨ ਦੇ ਸਹੁਰਿਆਂ ਦਾ ਸਾਰਾ ਟੱਬਰ ਉਹਨਾਂ ਨੂੰ ਕਵੇਲੇ ਆਏ ਦੇਖ ਕੇ ਹੈਰਾਨ ਤਾਂ ਹੋਇਆ, ਪਰ ਜਵਾਈ ਭਾਈ ਨੂੰ ਟੋਕੇ ਕੌਣ? ਸਭ ਨੇ ਜੀ ਆਇਆਂ ਕਿਹਾ।
ਉਦੋਂ ਹੀ ਰੋਟੀ ਟੁੱਕ ਵੀ ਬਣਾਇਆ, ਪੂਰੀ ਸੇਵਾ ਕੀਤੀ। ਰਾਤ ਨੂੰ ਪੂਰਨ ਨੇ ਘਰ ਵਾਲੀ ਨੂੰ ਸਾਰੀ ਗੱਲ ਦੱਸੀ। ਉਹ ਵੀ 16 ਪੱਤਣਾ ਦੀ ਤਾਰੂ ਸੀ। ਉਹਦੇ ਲਈ ਇਹੋ ਜਿਹਾ ਕੰਮ ਚੁਟਕੀ ਦੀ ਖੇਡ ਸੀ। ਉਂਝ ਵੀ ਉਹਨੂੰ ਇਹ ਸੁਣ ਕੇ ਸਵਾਦ ਜਿਹਾ ਆਇਆ ਕਿ ਬਸੰਤੇ ਵਰਗਾ ਸਾਊ ਮੁੰਡਾ ਇਹੋ ਜਿਹੇ ਕੰਮ ਲਈ ਆਇਆ। ਉਹ ਖੁਸ਼ ਸੀ ਤੇ ਸਗੋਂ ਉਹਨੂੰ ਇਹ ਪੁੰਨ ਦਾ ਕੰਮ ਹੀ ਲੱਗਦਾ ਸੀ। ਬੱਦਲ ਟਲਣ ਕਰਕੇ ਉਹਨਾਂ ਦੋਹਾਂ ਦੇ ਮੰਜੇ ਕੋਠੇ ਤੇ ਡਾਹਤੇ। ਪਾਣੀ ਦਾ ਗੜਵਾ ਸਰਾਣੇ ਧਰਨ ਦੇ ਬਹਾਨੇ ਪੂਰਨ ਦੀ ਬਹੂ ਜਦੋਂ ਕੋਠੇ ਤੇ ਆਈ ਤਾਂ ਹੌਲੀ ਦੇਣੇ ਬਸੰਤੇ ਦੇ ਮੰਜੇ ਵੱਲ ਹੁੰਦੀ ਬੋਲੀ, ਵੇ ਦਿਓਰਾ, ਆ ਤਾਂ ਤੂੰ ਹੱਦ ਹੀ ਕਰਤੀ। ਹੁਣ ਤੂੰ ਪੈਰ ਦੇ ਤੜਕੇ ਤਿਆਰ ਰਹੀ, ਨਾਲੇ ਆਪਦੀ ਵੱਡੀ ਭਰਜਾਈ ਦੇ ਹੱਥ ਦੇਖੀ, ਮੇਰੀਆਂ ਚਲਿੱਤਰੀਆਂ। ਬਸੰਤਾ ਕੁਛ ਨਹੀਂ ਬੋਲਿਆ। ਬਾਲ ਬੱਚੇਦਾਰ ਭਰਜਾਈ ਤੋਂ ਸੰਗ ਗਿਆ ਸੀ। ਨਿੱਕਾ ਹੁੰਦਾ ਉਹ ਜ਼ਰੂਰ ਉਹਨੂੰ ਚਲਿੱਤਰੀ ਕਰਕੇ ਕਦੇ-ਕਦੇ ਛੇੜ ਲੈਂਦਾ ਹੁੰਦਾ ਸੀ। ਪੂਰਨ ਦੀ ਬਹੂ ਨੇ ਪਤਾ ਨਹੀਂ ਕੀ ਜਾਦੂ ਮਾਰਿਆ ਕਿ ਲੋਈ ਪਾੜਦੀ ਤੋਂ ਪਹਿਲਾਂ ਉਹਨੂੰ ਆ ਦੱਸਿਆ, ਤੂੰ ਦਿਓਰਾ ਆਪਣੇ ਪਿੰਡ ਵਾਲੇ ਰਾਹ ਚ ਆਉਂਦੀ ਕੱਸੀ ਦੇ ਪੁਲ ਤੇ ਪਹਾੜ ਵਾਲੇ ਪਾਸੇ ਕਿੱਕਰ ਹੇਠਾਂ ਬਹਿ ਜੀ। ਉਹ ਰੋਟੀ ਲੈ ਕੇ ਉੱਥੋਂ ਦੀ ਲੰਘੂ। ਸਾਈਕਲ ਦੇ ਮਗਰ ਮਾੜਾ ਮੋਟਾ ਸੰਦ ਸੰਧੇੜਾ ਰੱਖ ਕੇ ਪੈਂਚਰ ਪੂੰਚਰ ਦੇ ਬਹਾਨੇ ਉਤਰ ਕੇ ਤੁਰਨ ਲੱਗ ਪਈ। ਉੱਥੋਂ ਉਹਦੇ ਨਾਲ ਰਲ ਜੀ। ਤੁਰੇ ਜਾਂਦੇ ਗੱਲਾਂ ਕਰ ਲਿਓ ਜਿਹੜੀਆਂ ਕਰਨੀਆਂ। ਉਹ ਪਿੰਡ ਦੀਆਂ ਬੁੜੀਆਂ ਦੇ ਨਾਲ ਜਾਊਗੀ, ਪਰ ਉੱਥੋਂ ਆਪਦੇ ਖੇਤ ਬੰਨੀ ਹੋ ਜੂ। ਉਹਨਾਂ ਦਾ ਖੇਤ ਉੱਥੋਂ 3-4 ਵਾਹਣ ਹੀ ਗਾਹਾਂ ਰਹਿ ਜਾਂਦਾ ਹੈ। ਖੇਤ ਉਹਨਾਂ ਦੇ ਬੰਦੇ ਵੀ ਹੋਣਗੇ। ਆਪਦਾ ਬਚਾਅ ਰੱਖੀ, ਸਮਝੇ ਮੇਰੀ ਗੱਲ? ਹਾਂ, ਇੱਥੋਂ ਤਾਂ ਆਪਦੇ ਬਾਈ ਨੂੰ ਨਾਲ ਲੈ ਜੀ। ਗਾਹਾਂ ਜਾ ਕੇ ਨਿਖੜ ਜਿਓ, ਇਹਨੂੰ ਕੋਈ ਪਛਾਣ ਵੀ ਨਾ ਲਵੇ ਨਾ। ਬਸੰਤੇ ਦਾ ਦਿਲ ਅਜਾਈ ਧੜਕਣ ਲੱਗ ਪਿਆ। ਸਾਈਕਲ ਲੈ ਕੇ ਉਹ ਦੋਏ ਸਿਰ ਨੀਵੇਂ ਕਰਕੇ ਪੱਗਾਂ ਵਲੇਟਦੇ ਪਿੰਡੋਂ ਬਾਹਰ ਨਿਕਲ ਗਏ। ਕੰਮ ਵਾਲੇ ਬੰਦੇ ਖੇਤੀ ਸਨ ਤੇ ਵਿਹਲੜ ਘਰੀ। ਏਡੇ ਤੜਕੇ ਸਿਰਫ ਤੀਵੀਆਂ ਹੀ ਗੋਹਾ ਕੂੜਾ ਕਰਦੀਆਂ ਬਾਹਰ ਅੰਦਰ ਤੁਰੀਆਂ ਫਿਰਦੀਆਂ ਸੀ। ਕਈਆਂ ਨੇ ਉਹਨਾਂ ਨੂੰ ਲੰਘਦਿਆਂ ਦੇਖਿਆ ਵੀ, ਪਰ ਕੰਮਾਂ ਦੀ ਕਾਹਲ 'ਚ ਕੋਈ ਰਾਹੀ ਪਾਂਧੀ ਸਮਝ ਕੇ ਗੋਲਿਆ ਨਹੀਂ। ਪਹਿਲਾਂ ਉਹ ਪੂਰਨ ਦੇ ਸਹੁਰਿਆਂ ਦੇ ਖੇਤ ਪਹੁੰਚ ਗਏ। ਉੱਥੇ ਹਲਟੀ ਗੇੜ ਕੇ ਨਹਾ ਧੋ ਲਏ। ਪੂਰਨ ਦਾ ਕੋਈ ਸਾਲਾ ਪਤਿਆਰਾ ਅੱਜ ਹਲ ਜੋੜ ਕੇ ਨਹੀਂ ਸੀ ਆਇਆ। ਹਲਟੀ ਦੁਆਲੇ ਡੇਰੇ ਵਾਂਗ ਨਿੰਮ ਤੂਤਾਂ ਤੇ ਟਾਹਲੀਆਂ ਦਾ ਜ਼ਖੀਰਾ ਹੋਣ ਕਰਕੇ ਨਾਲ ਦੇ ਖੇਤਾਂ ਵਾਲਿਆਂ ਨੂੰ ਪਤਾ ਵੀ ਨਹੀਂ ਸੀ ਲੱਗਦਾ। ਇਸ ਕਰਕੇ ਉੱਥੇ ਵਾਹਵਾ ਦਿਨ ਚੜੇ ਵਾਹੇ ਤੇ ਅਣਵਾਏ ਖੇਤਾਂ ਵਿੱਚੋਂ ਦੀ ਹੁੰਦੇ ਆਪਣੇ ਪਿੰਡ ਦੇ ਰਾਹ ਚ ਆਉਂਦੀ ਕੱਸੀ ਆ ਚੜੇ। ਪੂਰਨ ਸਾਰੇ ਰਾਹਾਂ ਦਾ ਸੂਹਾ ਹੋਣ ਕਰਕੇ ਸਭ ਦੀਆਂ ਨਜ਼ਰਾਂ ਤੋਂ ਬਸੰਤੇ ਨੂੰ ਬਚਾ ਕੇ ਟਿਕਾਣੇ ਤੇ ਲੈ ਆਇਆ। ਕੱਸੀ ਉੱਤੇ ਜਿਸ ਕਿੱਕਰ ਹੇਠਾਂ ਉਹਨਾਂ ਨੇ ਪਹੁੰਚਣਾ ਸੀ, ਉੱਥੇ ਆ ਕੇ ਬਸੰਤੇ ਨੇ ਸਾਈਕਲ ਟੇਢਾ ਕਰ ਲਿਆ। ਘਰੋਂ ਲਿਆਂਦੇ ਸੰਦ, ਇੱਕ ਕਹੀ, ਇੱਕ ਕੰਧਾਲੀ ਤੇ ਦਾਤੀ ਲਾ ਕੇ ਪਰਾਂ ਰੱਖ ਲਏ। ਫਿਰ ਸਾਈਕਲ ਦੇ ਪਹੀਏ 'ਚ ਪੰਪ ਨਾਲ ਇਉਂ ਫੂਕ ਭਰਨ ਲੱਗ ਪਏ ਜਿਵੇਂ ਪੈਂਚਰ ਲਾ ਕੇ ਹਟੇ ਹੋਣ। ਕੋਲੋਂ ਲੰਘਣ ਵਾਲਿਆਂ ਦੇ ਡਰੋਂ ਉੱਚੀ ਇਉਂ ਬੋਲਣ ਲੱਗ ਪਏ ਜਿਵੇਂ ਆਪੋ 'ਚ ਖੱਬੜਦੇ ਹੋਣ ਕਿ ਦੂਜੇ ਨੇ ਮੂਰਖਤਾ ਨਾਲ ਸਾਈਕਲ ਪੈਂਚਰ ਕਰਵਾਤਾ। ਪਰ ਉਹਨਾਂ ਦੇ ਭਾਗੀ ਉਧਰ ਆਇਆ ਹੀ ਕੋਈ ਨਾ। ਕਈ ਤੀਵੀਆਂ ਰੋਟੀ ਲੈ ਕੇ ਰਾਹੋਂ ਲੰਘੀਆਂ ਵੀ, ਪਰ ਇੱਧਰ ਕੱਸੀ ਵੱਲ ਕੋਈ ਨਹੀਂ ਮੁੜੀ। ਤੇ ਫਿਰ ਗੰਗੀ ਆ ਗਈ। ਪੂਰਨ ਦੀਆਂ ਵਰਾਛਾਂ ਖਿਲਰ ਗਈਆਂ। ਇੱਕ ਮੋਢੇ ਤੇ ਕਹੀ, ਦੂਜੇ ਤੇ ਕੰਧਾਲੀ ਰੱਖਦਿਆਂ ਖੁਸ਼ ਹੋ ਕੇ ਬੋਲਿਆ, ਲੈ ਬੇਲੀਆ, ਮੈਂ ਚੱਲਦਾ। ਕੱਸੀ ਹੋ ਕੇ ਅਗਲੇ ਪੁਲ ਤੋਂ ਮੁੜੂ, ਫਿਰ ਤੈਨੂੰ ਮੋਹਰਿਓਂ ਟੱਕਰੂ, ਭਗਵਾਨ ਭਲੀ ਕਰੂ। ਬਸੰਤੇ ਦਾ ਮਨ ਕਾਲਾ ਪੈਣ ਲੱਗ ਪਿਆ। ਉਹਨੇ ਸਾਈਕਲ ਸਿੱਧਾ ਕਰਕੇ ਖੜਾ ਲਿਆ। ਫਿਰ ਐਵੇਂ ਕਦੇ ਪੈਡਲ ਨੂੰ ਹਿਲਾ ਕੇ ਦੇਖਣ ਲੱਗ ਪੈਂਦਾ, ਕਦੇ ਬ੍ਰੇਕਾਂ ਨੂੰ। ਦੂਰੋਂ ਉਹਨੂੰ ਤੀਵੀਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਸੀ, ਜਿਵੇਂ ਸੁਪਨਾ ਦੇਖ ਰਿਹਾ ਹੋਵੇ। ਆਖਰੀ ਵਾਕ ਜਿਹੜੇ ਉਹਦੇ ਕੰਨੀ ਪਏ ਉਹ ਇਹ ਸੀ, ਕੁੜੀ ਇੱਧਰੇ ਦੀ ਆ ਜਾ, ਉਧਰ ਤਾਂ ਜਾਣੀ ਕੋਈ ਸਾਈਕਲ ਵਾਲਾ ਬੰਦਾ ਖੜਾ ਲੱਗਦਾ। ਲੈ ਚਾਚੀ, ਬੰਦਾ ਕੀ ਮੂੰਹ 'ਚ ਪਾਉ? ਉਹ ਆਪਦੇ ਰਾਹ ਤੁਰਿਆ ਜਾਊ, ਮੈਂ ਆਪਦੇ। ਮੈਨੂੰ ਤਾਂ ਇੱਧਰੋਂ ਹੀ ਸੂਤ ਹੈ, ਉਧਰ ਉੱਤੋਂ ਦੀ ਕੋਹ ਵੱਲ ਕੇ ਆਉਣਾ ਪੈਂਦਾ, ਫਿਰ ਬੰਦੇ ਹਾਲ ਕਰਦੇ ਆ। ਬਸੰਤੇ ਦੇ ਮਗਰਲੇ ਪਹੀਏ ਦੇ ਟਾਇਰ ਕੋਲ ਨੀਵਾਂ ਕੀਤਾ ਮੂੰਹ ਲਾਲ ਬਿੰਬ ਹੋ ਗਿਆ। ਉਹਦੇ ਰੁੱਖੇ ਪਰ ਸੂਹੇ ਬੁੱਲਾਂ ਉੱਤੇ ਮੁਸਕਰਾਹਟ ਖਿਲਰ ਗਈ, ਜਿਹਦਾ ਸੱਜਰੀ ਮੱਖਣੀ ਵਰਗਾ ਸਵਾਦ ਉਹਨੇ ਧੁਰ ਹਿੱਕ ਤਾਈਂ ਮਹਿਸੂਸ ਕੀਤਾ। ਤੇ ਜਦੋਂ ਲੰਮੀ ਲੰਜੀ ਗੋਰੀ ਨਿਛੋ ਗੰਗੀ ਆਪਣੀ ਦੁਖਲੀ ਜੁੱਤੀ ਨਾਲ ਕੱਸੀ ਦੀ ਪਟੜੀ ਨੂੰ ਧਮਕਾਉਂਦੀ ਉਹਦੇ ਕੋਲੋਂ ਦੀ ਲੰਘੀ ਤਾਂ ਉਹਨੇ ਸਿਰ ਤਾਂ ਕਰਕੇ ਉਹਦੇ ਵੱਲ ਦੇਖਿਆ। ਗੰਗੀ ਦਾ ਚਿਹਰਾ ਉਹਨੂੰ ਕਪਾਹ ਦੀ ਫੁੱਟੀ ਵਾਂਗੂ ਖਿੜਿਆ ਲੱਗਿਆ। ਮਗਰੋਂ ਕੌਲ ਫੁੱਲ ਵੀ ਯਾਦ ਆ ਗਿਆ। ਕਾਲੀਆਂ ਸ਼ਾਹ ਅੱਖਾਂ ਨਾਲ ਸੱਪਣੀ ਵਾਂਗ ਨਿਗਾਹ ਟਿਕਾ ਕੇ ਸਿੱਧਾ ਬਸੰਤੇ ਦੀਆਂ ਅੱਖਾਂ ਵੱਲ ਵੇਖਿਆ ਤਾਂ ਉਹ ਜਿਵੇਂ ਕਾਠ 'ਚ ਜਕੜਿਆ ਗਿਆ। ਹੈਰਾਨੀ ਇਹ ਸੀ ਕਿ ਧੌਣ ਭੁਆ ਕੇ ਇੱਕ ਵਾਰੀ ਵੀ ਉਧਰ ਉਹਨੇ ਨਹੀਂ ਸੀ ਦੇਖਿਆ ਜਿਸ ਪਾਸੇ ਗੰਗੀ ਦੇ ਨਾਲ ਦੀਆਂ ਗਈਆਂ ਸੀ। ਤੂੰ ਹੀ ਹੈ ਪੂਰਨ ਦੇ ਨਾਲ? ਤਾਂ ਮੁਸਕਰਾਉਂਦੀ ਨੇ ਝੱਕ ਦੱਬਵੀਂ ਆਵਾਜ਼ ਕੋਲੋਂ ਲੰਘਦੀ ਬੋਲੀ, ਪਰ ਰੁਕੀ ਨਹੀਂ। ਬਸੰਤੇ ਨੂੰ ਆਪਣੀ ਜੀਭ ਤਾਲੂਏ ਨਾਲ ਲੱਗੀ ਜਾਪੀ। ਐਵੇਂ ਗੇੜੇ ਮਾਰਨ ਨਾਲ ਕੁਛ ਨਹੀਂ ਬਣਨਾ। ਜੇ ਕੋਈ ਕਣੀ ਹੈ ਤਾਂ 25 ਕੱਤੇ ਤੋਂ ਪਹਿਲਾਂ ਜਦੋਂ ਚਿੱਤ ਮੰਨੇ ਆ ਕੇ ਲੈ ਜੀ, ਨਹੀਂ ਮੈਂ ਦੂਜੇ ਬਾਹਮਣ ਦੇ ਨਹੀਂ ਜਾਣਾ, ਚਾਹੇ ਸਾਰੀ ਉਮਰ ਕੁਮਾਰੀ ਬੈਠੀ ਰਹਾਂ। ਸਮਝਿਆ ਮੇਰੀ ਗੱਲ? ਗਾਹਾਂ ਹੁਣ ਤੇਰੀ ਸੂਰਮਗਤੀ ਰਹਿ ਗਈ, ਦੇਖ ਲਾਂਗੇ ਤੂੰ ਵੀ ਕਿੱਡਾ ਕੁ ਮਿਰਜ਼ਾ।
ਉਹ ਜੁੱਤੀ ਨੂੰ ਦੂਰੇ ਮਰੋੜੇ ਦਿੰਦੀ ਜਰਕ ਜਰਕ ਪੈਰ ਧਰਦੀ ਅੱਖ ਪਲਕਾਰੇ ਵਿੱਚ ਹੀ 10 ਕਰਮਾਂ ਲੰਘ ਗਈ। ਬਸੰਤੇ ਤੋਂ ਸਾਈਕਲ ਵੀ ਨਹੀਂ ਤੋਰਿਆ ਗਿਆ, ਉੱਥੇ ਹੀ ਖੜੋਤਾ ਰਿਹਾ ਜਿਵੇਂ ਸੁਰਤ ਬੌਂਦਲ ਗਈ ਹੋਵੇ। ਸਡੌਲ ਅੰਗਾਂ ਵਾਲੀ ਗੰਗੀ ਨੇ ਉੱਥੋਂ 15 ਕੁ ਕਰਮਾਂ ਦੀ ਵਿੱਤ ਤੇ ਕੱਸੀ ਉੱਤੇ ਰੱਖੇ ਖੁੰਡ ਉੱਤੋਂ ਦੀ ਟੱਪ ਕੇ ਇੱਕ ਵਾਰ ਪਛਾਂ ਭੌਂ ਕੇ ਦੇਖਿਆ ਤੇ ਅਡੋਲ ਆਪਣੇ ਖੇਤ ਵਾਲੀ ਡੰਡੀ ਪੈ ਗਈ। ਜਦੋਂ ਤੱਕ ਬਸੰਤੇ ਨੂੰ ਸੁਰਤ ਆਈ ਉਦੋਂ ਤੱਕ ਗੰਗੀ ਖੇਤ ਦੇ ਨੇੜੇ ਅੱਪੜ ਗਈ ਸੀ। ਬਸੰਤੇ ਨੂੰ ਇਸ ਚਮਤਕਾਰ ਨਾਲ ਆਪਣਾ ਅੰਗ ਅੰਗ ਪੀਲੂ ਵਾਂਗ ਟੱਸਿਆ ਲੱਗਣ ਲੱਗ ਪਿਆ ਤੇ ਜਾਪਿਆ ਉਹ ਧਰਤੀ ਉੱਤੇ ਨਹੀਂ ਕਿਸੇ ਹੋਰ ਹੀ ਪੁਰੀ ਵਿੱਚ ਸੀ। ਪੂਰਨ ਤੀਜੇ ਦਿਨ ਆਪਣੀ ਘਰਵਾਲੀ ਤੇ ਨਿਆਣਿਆਂ ਨੂੰ ਲੈ ਕੇ ਪਿੰਡ ਆ ਗਿਆ। ਫਿਰ ਪਰਸੇ ਕੇ ਘਰ ਆ ਕੇ ਵਿਚਲੀ ਗੱਲ ਦੱਸਦਿਆਂ ਕਹਿਣ ਲੱਗਾ ਵੀ ਉਹ ਤਾਂ ਕਹਿੰਦੇ ਆ ਕਿ ਦੋਏ ਵੱਡੇ ਤਾਂ ਪਰਸੇ ਨੇ ਥਾਣੇਦਾਰੀਆਂ ਕਰਨ ਜੋਗੇ ਕਰਕੇ ਬਾਹਰ ਤੋਰਤੇ, ਛੋਟੇ ਨੂੰ ਹਲ ਫੜਾਤਾ। ਅਸੀਂ ਕੁੜੀ 8 ਜਮਾਤਾਂ ਇਸ ਖਾਤਰ ਤਾਂ ਨਹੀਂ ਸੀ ਪੜ੍ਹਾਈ ਵੀ ਅਨਪੜ੍ਹ ਦੇ ਮਗਰ ਲਾ ਕੇ ਉਹਨੂੰ ਸਾਰੀ ਉਮਰ ਗੋਹਾ ਹੁੰਜਣ ਵਾਸਤੇ ਤੋਰ ਦਈਏ। ਐਂ ਕਹਿੰਦੇ ਆ ਉਹ ਤਾਂ। ਪਰਸੇ ਦੇ ਮੂੰਹ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਭਲੇ ਮਾਨਸ ਨੂੰ ਮੰਦੀ ਗਾਲ ਨਿਕਲ ਗਈ। ਮਗਰੋਂ ਕੰਧ ਵਾਲੇ ਪਾਸੇ ਮੂੰਹ ਕਰਕੇ ਥੁੱਕਤਾ ਤੇ ਉਸੇ ਵੇਲੇ ਹੱਥਾਂ ਦੀਆਂ ਅਗਲੀਆਂ 2 ਉਂਗਲਾਂ ਦੇ ਪੋਟੇ ਕੰਨਾਂ ਨੂੰ ਛੁਆ ਕੇ ਮੂੰਹ 'ਚ ਕੁਝ ਗੁਣਗੁਣ ਕਰਦਿਆਂ ਬਿੰਦ ਦਾ ਬਿੰਦ ਅੱਖਾਂ ਮੀਟੀ ਰੱਖੀਆਂ। ਉਸ ਪਿੱਛੋਂ ਸਥਿਰ ਤੇ ਭਰਵੀਂ ਆਵਾਜ਼ 'ਚ ਪੁੱਛਿਆ, ਤੂੰ ਇਹ ਗੱਲ ਉਹਨਾਂ ਦੇ ਮੂੰਹ ਆਪ ਸੁਣੀ ਹੈ? ਉਹ ਚਾਚਾ, ਇਹ ਕੋਈ ਲੁਕੀ ਛਿਪੀ ਗੱਲ ਹੈ? ਤੈਨੂੰ ਪਤਾ ਹੈ ਮੇਰੇ ਸਹੁਰਿਆਂ ਦੇ ਨਾਲ ਤਾਂ ਘਰ ਹੈ, ਦਿਨ ਰਾਤ ਬੁੜੀਆਂ ਦਾ ਆਉਣ ਜਾਣਾ ਹੈ, ਉਧਰੋਂ ਉਧਰ ਹੀ। ਤੇ ਫਿਰ ਤੇਰੀ ਨੂੰਹ ਤਾਂ ਇਸ ਰਿਸ਼ਤੇ ਦੀ ਗੱਲਬਾਤ ਵੇਲੇ ਵੀ ਵਿੱਚ ਸੀ, ਉਹਨੂੰ ਨਹੀਂ ਅਸਲ ਗੱਲ ਦਾ ਪਤਾ, ਤਾਂ ਹੋਰ ਕਿਹਨੂੰ ਭੇਤ ਹੋ? ਪਰ ਤੂੰ ਆਪ ਜਾ ਕੇ ਜੈਰਾਮ ਤੋਂ ਪੁੱਛਿਆ ਸੀ ਇਸ ਬਾਰੇ? ਮੈਂ ਤਾਂ ਇਹੋ ਜਿਹੇ ਕੁੱਤੇ ਆਦਮੀ ਦੇ ਕਾਣ ਨਹੀਂ ਜਾਂਦਾ, ਇੰਨੇ ਬੇਅਤਬਾਰੇ ਬੰਦੇ। ਕਸੈਲਾ ਜਿਹਾ ਮੂੰਹ ਕਰਦਿਆਂ ਪੂਰਨ ਨੇ ਆਖਿਆ, ਜਿਹੜਾ ਬੰਦਾ ਜਵਾਨ ਕਰਕੇ ਮੁੱਕਰ ਗਿਆ ਉਹਦੇ ਨਾਲ ਕਲਾਮ ਕਰਨ ਦਾ ਮਤਲਬ ਹੀ ਕੀ ਰਹਿ ਗਿਆ ਆਪਣਾ? ਨਾਲੇ ਜੈਰਾਮ ਨੂੰ ਹੋ ਗਿਆ ਕੁਛ ਹੰਕਾਰ, ਮੇਰੇ ਸਹੁਰੇ ਨੂੰ ਤਾਂ ਉਹਨਾਂ ਦੇ ਪੋਤੜਿਆਂ ਤਾਈਂ ਦਾ ਪਤਾ। ਜੈਰਾਮ ਤਾਂ ਦਾਦਾ ਕਾਵਾਂ ਖਾਦੀ ਟਾਇਰ ਦੇ ਲਾਂਗਾ ਇਕੱਠਾ ਕਰਦਾ ਫਿਰਦਾ ਹੁੰਦਾ ਸੀ ਮਰਾਸੀਆਂ ਵਾਂਗੂ। ਮਗਰੋਂ ਕਿਤੇ ਰਾਜੇ ਨੇ ਉਹਨੂੰ ਕੋਈ ਟੇਵਾ ਲਾਤਾ, ਉਹਨੇ ਖੁਸ਼ ਹੋ ਕੇ ਜ਼ਮੀਨ ਦੇ ਦਿੱਤੀ, ਉਦੋਂ ਦੇ ਵੱਡੇ ਜ਼ਿਮੀਂਦਾਰ ਬਣ ਗਏ। ਹੁਣ ਜੈਰਾਮ ਦਾ ਵੱਡਾ ਮੁੰਡਾ ਲੱਗ ਗਿਆ ਕਚਹਿਰੀਆਂ 'ਚ ਕੋਈ ਮੁਨਸ਼ੀ ਮਸੱਦੀ, ਛੋਟਾ ਪਿੰਡ ਦੇ ਨੇੜੇ ਮਾਸਟਰ ਲੱਗਿਆ ਪਿਆ। ਉਦੋਂ ਛੋਟੇ ਦੋਏ ਵਾਹੀ ਨੂੰ ਕਕਾਈ ਫਿਰਦੇ ਆ। ਪਿਛਲੀ ਹਾੜੀ 'ਚ 3 ਸੈ ਮਣਾ ਕਣਕ ਹੋਈ ਆ ਬਾਕੀ ਕੱਲੀ ਕੁੜੀ ਐ। ਉਹ ਹੁਣ ਖਬਰੇ ਕਿਹੜੇ ਗੋਬਿੰਦਗੜੀਏ ਸਰਦਾਰਾਂ ਦੇ ਘਰੇ ਤੋਰਨਗੇ। ਸਾਲੇ ਵੱਡੇ ਰਾਠ, ਇਹ ਜਾਤ ਹੀ ਫੁਕਰੀ ਆ ਚਾਚਾ ਇਹਨਾਂ ਦੀ, ਬੇਰੜੇ ਜਿਹੇ ਹੋਏ। ਪਰ ਸਾਡਾ ਅੱਗੇ ਪਿੱਛੇ ਪਹਿਲਾਂ ਨਹੀਂ ਸੀ ਉਹਨਾਂ ਨੂੰ ਦਿਸਦਾ, ਨਾ ਕਦੇ ਤੂੰ ਗੱਲ ਕੀਤੀ। ਓਹੋ ਚਾਚਾ, ਡੁੱਬੀ ਤਾਂ ਜੇ ਸਾਹ ਨਾ ਆਇਆ। ਉਹ ਦੋਏ ਵੱਡੇ, ਉਹ ਜਿਹੜੇ ਤੈਨੂੰ ਦੱਸਿਆ ਬਈ ਡੀਸੀ ਸਾਹਿਬ ਲੱਗੇ ਵੇ ਆ, ਲੱਗੇ ਹੀ 2 ਕੁ ਸਾਲਾਂ ਦੇ ਆ। ਹੋਰ ਮਾੜੇ ਮਾਜਣੇ ਵਾਲੇ ਬੰਦਿਆਂ ਦੀ ਕੀ ਪਛਾਣ ਹੁੰਦੀ ਹੈ? ਐਂ ਹੀ ਪੈਰ ਛੱਡਦੇ ਹੁੰਦੇ ਆ ਨਾ ਨੰਗ ਮਲੰਗ। ਬਾਕੀ ਮੈਂ ਕੀ ਦੱਸਦਾ, ਉਹਨਾਂ ਨੇ ਕੋਈ ਭੇਤ ਹੀ ਨਹੀਂ ਲੱਗਣ ਦਿੱਤਾ ਪਹਿਲਾਂ। ਪਰਸੇ ਨੇ ਕੁਝ ਕ੍ਰੋਧ ਨਾਲ ਪੂਰਨ ਵੱਲ ਦੇਖਿਆ। ਪੂਰਨ ਤਾੜ ਗਿਆ। ਉਸੇ ਵੇਲੇ ਪੈਂਤਰਾ ਬਦਲ ਕੇ ਬੋਲਿਆ, ਮੇਰੇ ਸਹੁਰੇ ਨੂੰ ਪਹਿਲਾਂ ਵੀ ਇਹਨਾਂ ਦੀ ਖਾਨਦਾਨੀ ਬਾਰੇ ਪਤਾ ਤਾਂ ਸੀ, ਪਰ ਸੱਚੀ ਪੁੱਛਦਾ ਤਾਂ ਉਹਨੇ ਸਾਨੂੰ ਇਸ ਕਰਕੇ ਕਿਹਾ ਸੀ ਵੀ ਕੁੜੀ ਬਹੁਤ ਸੱਚਿਆਰੀ ਆ। ਤੇਰੀ ਨੂੰ ਤਾਂ ਪਤਾ ਸੀ ਨਾ ਸਾਰੀ ਗੱਲ ਦਾ। ਉਹ ਤਾਂ ਹੁਣ ਤਾਂ ਹੀ ਕਹਿੰਦੀ ਆ ਵੀ ਆਪਾਂ ਨੂੰ ਐਸੀ ਲੜਕੀ ਬਸੰਤੇ ਆਸਤੇ ਹੋਰ ਨਹੀਂ ਥਿਆ ਸਕਦੀ। ਵੱਡੇ ਛੋਟੇ ਦੀ ਲਿਆਕਤ ਤੇ ਆਦਰ ਸਤਕਾਰ ਕਰਨ ਜਾਣਦੀ ਆ, ਸਭ ਗੁਣ ਹੈ ਕਬੀਲਦਾਰਾਂ ਦੀਆਂ ਧੀਆਂ ਵਾਲੇ। ਪਰ ਪਰਸੇ ਨੂੰ ਉਹ ਮਕਰ ਕਰਦਾ ਲੱਗਿਆ। ਇਸੇ ਕਰਕੇ ਉਹਨੇ ਉੱਠ ਕੇ ਪਰਾਂ ਜਾਂਦਿਆਂ ਕਿਹਾ, ਚੰਗਾ ਹੁਣ ਤੂੰ ਚੁੱਪ ਕਰ ਜਾ, ਬਾਹਲਾ ਬੋਲੀ ਨਾ ਜਾ। ਅੱਥ ਨੇ ਜਦੋਂ ਬਸੰਤਾ ਰੋਟੀ ਪਕਾਉਣ ਲੱਗਿਆ ਤਾਂ ਪੇੜਾ ਤੋੜਦਿਆਂ ਅਚਾਨਕ ਹੀ ਹੱਸ ਪਿਆ। ਪਰਸਾ ਵਿਹੜੇ 'ਚ ਮੰਜੇ ਉੱਤੇ ਬੈਠਾ ਪੈਰ ਧੋਈ ਜਾਂਦਾ ਸੀ। ਉਹਨੇ ਭੌਂ ਕੇ ਉਸੇ ਵੱਲ ਦੇਖਿਆ। ਬਸੰਤਾ ਵੀ ਤਾੜ ਗਿਆ। ਕੰਧੋਲੀ ਉੱਤੋਂ ਦੀ ਸਿਰ ਕੱਢ ਕੇ ਬੋਲਿਆ, ਮੈਨੂੰ ਤਾਂ ਬਾਪੂ ਇਸ ਕਰਕੇ ਹਾਸੀ ਆਈ ਸੀ ਵੀ ਆਪਾਂ 4-4 ਹੱਥ ਲੰਮੇ ਮਰਦ ਬੱਚੇ ਰੋਟੀਆਂ ਆਪ ਥੱਪਦੇ ਆ ਤੇ ਸਾਡੇ ਨਾਲ ਇਹ ਕੀਤੀ ਕਿ ਉਸ ਭਲੇ ਮਾਨਸ ਵਿਧ ਮਾਤਾ ਨੇ। ਬਸ ਤੈਨੂੰ ਇੰਨੀ ਵਾਰੀ ਸਮਝਾਇਆ ਵੀ ਮੰਦੇ ਬੋਲ ਨਾ ਬੋਲੀਏ, ਚਾਹੇ ਕੁਛ ਹੋ ਜੇ, ਚਾਹੇ ਬੁੜੀਆਂ ਵਾਲੇ ਸਾਰੇ ਕੰਮ ਆਪ ਨੂੰ ਸਾਰੀ ਉਮਰ ਹੀ ਕਰਨੇ ਪੈਣ। ਤੇ ਬਸੰਤਾ ਫੇਰ ਹੱਸ ਪਿਆ। ਪਰਸੇ ਦਾ ਮਨ ਚੰਗੇ ਰੌਂ 'ਚ ਸੀ। ਉਹਨੇ ਕਿਹਾ, ਕਿਉਂ ਬੁੜੀਆਂ ਵਾਲੇ ਕੰਮ ਮਾੜੇ ਹੁੰਦੇ ਆ? ਕੰਮ ਤਾਂ ਬੰਦੇ ਦੇ ਕਰਮ ਆ, ਕੰਮ ਚਾਹੇ ਕੋਈ ਹੋਵੇ। ਪਰ ਰਾਹ ਸਿਰ ਦੇ ਕੰਮ ਹੀ ਕਰਮ ਹੁੰਦੇ ਆ ਕਿ ਬੰਗਾ ਚੜਾਉਣਾ ਤੇ ਹਲ ਵਾਹੁਣਾ ਵੀ ਇੱਕੋ ਜਿਹੇ ਕੰਮ ਹੀ ਹੁੰਦੇ ਆ ਹੈ? ਪਰਸਾ ਉਹਦੇ ਨਾਲ ਕਦੇ ਬਹਿਸ 'ਚ ਨਹੀਂ ਸੀ ਪੈਂਦਾ ਕਿਉਂਕਿ ਤੱਤਾ ਛੇਤੀ ਹੋ ਜਾਂਦਾ ਸੀ। ਇਸੇ ਕਰਕੇ ਅਕਸਰ ਉਹ ਮੌਕਾ ਤਾੜ ਕੇ ਚੁੱਪ ਹੋ ਜਾਂਦਾ, ਪਰ ਉਹ ਤੋਂ ਵੀ ਰਿਹਾ ਨਹੀਂ ਗਿਆ। ਬਿੰਦ ਕੋ ਚੁੱਪ ਰਹਿਣ ਮਗਰੋਂ ਬੋਲਿਆ, ਬਸੰਤਿਆ ਫਿਰ ਤੈਨੂੰ ਕੋਈ ਮੱਲੋ ਜੋਰੀ ਕਹਿੰਦਾ ਹੈ ਵੀ ਤੂੰ ਇਹ ਜਨਾਨੀਆਂ ਵਾਲੇ ਕੰਮ ਜ਼ਰੂਰ ਕਰ? ਜੇ ਕਹੇ ਤਾਂ ਆਪਾਂ ਕੱਲ ਨੂੰ ਹੀ ਕੋਈ ਜਾਤ ਕੋ ਜਾਤਣ ਲੈ ਆਉਨੇ ਆ। ਕਿੱਧਰੋਂ ਬੋਲ ਦੱਸ। ਬਸੰਤਾ ਚੁੱਪ ਹੋ ਗਿਆ। ਕਿੰਨਾ ਚਿਰ ਉਹਦੇ
ਜ਼ੋਰ ਦੀ ਪੇੜੇ ਉੱਤੇ ਹੱਥ ਮਾਰਨ, ਚੱਕਲੇ ਤੇ ਰੋਟੀ ਵੇਲਣ, ਉਲਟਾਉਣ ਤੇ ਤਵੇ ਤੇ ਥੱਲਣ ਦਾ ਖੜਾਕ ਹੀ ਸੁਣਦਾ ਰਿਹਾ। ਪਰਸਾ ਆਪਣੇ ਬੇਨੇਮੇ ਨੇਮ ਅਨੁਸਾਰ ਪੰਥੀ ਮਾਰ ਕੇ ਜਾਪ ਕਰਨ ਲੱਗ ਪਿਆ ਸੀ। ਕੁਝ ਚਿਰ ਪਿੱਛੋਂ ਉਹਦੀ ਸੁਰਤੀ ਤੋੜਦਿਆਂ ਬਸੰਤੇ ਨੇ ਦੱਬਵੀਂ ਆਵਾਜ਼ 'ਚ ਜਿਵੇਂ ਆਪ ਮੁਹਾਰੇ ਕਿਹਾ, ਐਂ ਤਾਂ ਹੁਣ ਤੂੰ ਦੇਖਦਾ ਜਾਈਂ ਕੀ ਬਣਦਾ। ਜੇ ਉਸੇ ਤੋਂ ਮਿੱਸੀਆਂ ਦੁੱਲੜਾਂ ਨਾ ਪਕਵਾਈਆਂ ਤਾਂ ਸਾਨੂੰ ਰੂਪੇ ਦੇ ਪੋਤਰੇ ਕੌਣ ਆਖੂ। ਪਰਸੇ ਦੇ ਹੋਠਾਂ ਤੇ ਧੀਮੀ ਮੁਸਕਰਾਹਟ ਆ ਗਈ, ਪਰ ਉਵੇਂ ਫੇਰ ਪਾਠ ਕਰਨ ਲੱਗ ਪਿਆ। ਹੋਰ ਕੋਈ ਗੱਲ ਨਹੀਂ ਕੀਤੀ। ਧੰਨਵਾਦ।